श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। चौपई सुनह सेख औरत कर होए। गयो बदेस कंत है जोए। पैनित करत कंत चित चाही। राख सिदक जे डोलह नाही। सुनह सेख औरत कर होए। वाहिगुरु जी का खालसा वाहिगुरु जी की फतेह। धन धन साहिब सतगुरु श्री गुरु नानक देव साहिब जी महाराज। कलगीधर पिता पंथ दे वाली साहिबे कमाल। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत जागदी जोत। चवर छतर सिंघासन तख्त दे मालक। धन धन श्री गुरु ग्रंथ साहिब सच्चे पातशाह जी महाराज। सतगुरु जी दी साजी नवाजी गुरु रूप गुरु प्यारी गुरु सवारी साध संगत जीओ। आप जी बहुत ही कर्मां वाले वड्डियां भागां वाले हो जो कि नितनेम नाल ही संध्या के समय सतगुरु जी के चरणों में हाजरियां भर के लाहा लेंदे हो। सतगुरु जी की तुरकी बाणी के जाप आप संगतां ने सरवण कीते हन। उस तो उपरंत गुरु चरणों में अरदास हुई है। पावन पवित्र हुक्मनामे बख्श के गुरु साहब जी ने निहाल करतार्थ किया है। उस तो बाद जो सतगुरु धन धन श्री गुरु नानक देव महाराज जी की कथा आप लड़ीवार रूप में पढ़ सुन रहे हाँ। हुण उस कथा का समा होया है। जिवें धन धन श्री गुरु नानक देव जी महाराज पाक पटन की धरती ते चले गए जो कि बाबा फरीद जी के अंतले समय का स्थान है। हिंदू राज के समय
ਇਹ ਪਾਕਪਟਨ ਸ਼ਹਿਰ ਦਾ ਨਾਮ ਅਯੋਧਨ ਸੀ। ਫਿਰ ਉਹ ਦਰਿਆ ਦੇ ਕਿਨਾਰੇ, ਪਤਨ ਦੇ ਕਿਨਾਰੇ ਹੋਣ ਕਰਕੇ ਦਾ ਨਾਮ ਪਤਨ ਸੀ। ਇਹ ਮੁਸਲਮਾਨਾਂ ਨੇ ਨਾਮ ਬਾਅਦ ਵਿੱਚ ਰੱਖਿਆ ਪਾਕਪਟਨ। ਪਟਨ ਨਾਮ ਸ਼ਹਿਰ ਦਾ ਹੈ ਅਤੇ ਪਾਕ ਕਹੀਦਾ ਪਵਿੱਤਰ ਨੂੰ, ਪਵਿੱਤਰ ਸ਼ਹਿਰ। ਕਿਉਂਕਿ ਬਾਬਾ ਫਰੀਦ ਜੀ ਨੇ ਆਪਣੇ ਅੰਤਲੇ ਜਿਹੜੇ ਸਵਾਸ ਇੱਥੇ ਹੀ ਪੂਰੇ ਕੀਤੇ ਸਨ ਅਤੇ ਸੱਚੀ ਦਰਗਾਹ ਸੱਚਖੰਡ ਪਿਆਨਾ ਕੀਤਾ ਸੀ। ਇਵੇਂ ਉਸ ਪਾਕਪਟਨ ਸ਼ਹਿਰ ਸਤਿਗੁਰੂ ਜੀ ਪਹੁੰਚੇ, ਜਿੱਥੇ ਬਾਬਾ ਫਰੀਦ ਜੀ ਦੇ ਚੇਲੇ ਪੋਤੇ ਸ਼ੇਖ ਬ੍ਰਹਮ ਜੀ ਦੇ ਨਾਲ ਸਤਿਗੁਰੂ ਜੀ ਦੇ ਬਚਨ ਵਿਲਾਸ ਹੋਏ ਸਨ। ਅਤੇ ਜਦੋਂ ਗੁਰੂ ਸਾਹਿਬ ਜੀ ਦੋ ਕੋ ਪਾਕਪਟਨ ਸ਼ਹਿਰ ਦੇ ਬਾਹਰ ਬੈਠੇ, ਇਸ ਦਾ ਮਰੀਦ ਸੀ ਇੱਕ ਸ਼ੇਖ ਬ੍ਰਹਮ ਦਾ, ਕਮਾਲ ਜਿਹਦਾ ਨਾਮ, ਉਹ ਲੱਕੜਾਂ ਚੁਗਣ ਆਇਆ ਹੋਇਆ ਸੀ। ਜਦੋਂ ਲੱਕੜਾਂ ਚੁਗ ਰਿਹਾ ਸੀ ਅਤੇ ਸਤਿਗੁਰੂ ਜੀ ਨੇ ਉਸ ਕਮਾਲ ਮਰੀਦ ਨੂੰ ਵੇਖ ਕੇ ਬਚਨ ਉਚਾਰਨ ਕੀਤਾ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ। ਇਹ ਜਦੋਂ ਕਮਾਲ ਮਰੀਦ ਨੇ ਸੁਣਿਆ, ਸਤਿਗੁਰੂ ਜੀ ਪਾਸ ਆ ਗਿਆ ਅਤੇ ਸਤਿਗੁਰੂ ਜੀ ਨੂੰ ਕਹਿਣ ਲੱਗਾ ਵੀ ਮਹਾਰਾਜ ਦਰਵੇਸ਼ ਜੀ, ਮੈਂ ਤੁਹਾਨੂੰ ਖੁਦਾ ਜਾਣਿਆ, ਤੁਸੀਂ ਖੁਦਾ ਹੀ ਆਪ ਆਏ ਹੋਏ ਹੋ। ਇਹ ਜੋ ਆਪ ਜੀ ਨੇ ਬੈਂਤ ਉਚਾਰਨ ਕੀਤਾ ਸ਼ਬਦ, ਇਹ ਮੈਨੂੰ ਦੁਬਾਰਾ ਸੁਣਾਓ। ਗੁਰੂ ਸਾਹਿਬ ਜੀ ਨੇ ਫਿਰ ਉਹਦੇ ਅਰਥ ਕਰਕੇ ਸੁਣਾਏ। ਇਹ ਬੜਾ ਪ੍ਰਸੰਨ ਖੁਸ਼ ਹੋਇਆ ਅਤੇ ਕਮਾਲ ਆਪਣੇ ਪੀਰ ਕੋ ਚਲਾ ਗਿਆ, ਸ਼ੇਖ ਬ੍ਰਹਮ ਕੋ, ਕਹਿਣ ਲੱਗਾ ਵੀ ਮੈਂ ਅੱਜ ਖੁਦਾ ਦੇ ਦਰਸ਼ਨ ਕਰਕੇ ਆਇਆ। ਭਾਵੇਂ ਕਿ ਖੁਦਾ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਵੇਦੀ ਵੰਸ਼ ਵਿੱਚ, ਹਿੰਦੂਆਂ ਵਿੱਚ ਭਾਵੇਂ ਜਨਮ ਹੋਇਆ ਉਹਨਾਂ ਦਾ, ਪਰ ਸ਼ੇਖ ਬ੍ਰਹਮ ਪੀਰ ਜੀ ਉਹ ਖੁਦਾ ਹੀ ਹੈ, ਖੁਦਾ ਆਪ ਹੀ ਸਰੀਰ ਵਿੱਚ ਆਇਆ ਹੋਇਆ। ਇਵੇਂ ਉਹਨਾਂ ਦਾ ਬਚਨ ਹੈ, ਬਹੁਤ ਮਹਾਨ, ਮੈਨੂੰ ਬਹੁਤ ਆਨੰਦ ਆਇਆ ਹੈ। ਜਦੋਂ ਪੀਰ ਨੂੰ ਸੁਣਾਇਆ ਸ਼ੇਖ ਬ੍ਰਹਮ ਨੂੰ, ਸ਼ੇਖ ਬ੍ਰਹਮ ਨੇ ਉਸ ਵੇਲੇ ਜਿਹੜਾ ਹੈ ਕਹਿੰਦਾ ਵੀ ਤੂੰ ਕਹਿੰਦਾ ਵੀ ਖੁਦਾ ਆਇਆ ਹੈ। ਹਿੰਦੂ ਹੋਵੇ ਅਤੇ ਖੁਦਾ ਹੋਵੇ, ਹੋ ਨਹੀਂ ਸਕਦਾ। ਹਿੰਦੂ ਤੇ ਕਾਫਰ ਹੁੰਦੇ, ਮੁਸਲਮਾਨ ਖੁਦਾ ਦੀ ਉਮਤ ਹੈ ਅਤੇ ਜਿਹੜੇ ਹਿੰਦੂ ਹੈ ਉਹ ਕਾਫਰ ਹੈ। ਕਹਿੰਦਾ ਵੀ ਮੈਂ ਇੱਕ ਬੈਂਤ ਉਚਾਰਦਾ, ਤੂੰ ਲੈ ਜਾ ਅਤੇ ਉਹਨਾਂ ਨੂੰ ਸੁਣਾ ਦੇਈਂ। ਫਿਰ ਇਸ ਨੇ ਉਚਾਰਨ ਕੀਤਾ ਸ਼ੇਖ ਬ੍ਰਹਮ ਨੇ ਬੈਂਤ, ਇੱਕ ਸਾਹਿਬ ਦੋ ਹੱਦ ਹੈ, ਕੋ ਸੇਵੀ ਕੋ ਰੱਦ। ਕਿ ਸਾਹਿਬ ਮਾਲਕ ਖੁਦਾ ਪਰਮੇਸ਼ਰ ਇੱਕ ਹੀ ਆ, ਨੇ ਦੋ ਹੱਦਾਂ ਕੀਤੀਆਂ, ਇੱਕ ਮੁਸਲਮਾਨ ਅਤੇ ਇੱਕ ਹਿੰਦੂ। ਤੂੰ ਗੁਰੂ ਨਾਨਕ ਤਵੇ ਨੂੰ ਪੁੱਛਣਾ ਵੀ ਉਹ ਕਿਹਨੂੰ ਮੰਨਦੇ, ਕਿਹੜਾ ਮੰਨਣ ਯੋਗ ਹੈ, ਹਿੰਦੂ ਜਾਂ ਮੁਸਲਮਾਨ, ਕਿਹਨੂੰ ਮੰਨਣਾ ਚਾਹੀਦਾ ਹੈ। ਇਹ ਸੁਨੇਹਾ ਅੱਗੇ ਮੁਰੀਦ ਨੇ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਸੁਣ ਕੇ ਕਿਹਾ ਵੀ ਇਹ ਕਮਾਲ ਮਰੀਦ, ਅਸੀਂ ਤਾਂ ਇਹ ਕਹਿੰਦੇ ਹਾਂ, ਦੂਜਾ ਕਾਹੇ ਸਿਮਰਿਐ ਜੰਮੈ ਤੈ ਮਰ ਜਾਏ, ਏਕੋ ਸਿਮਰੈ ਨਾਨਕਾ ਜਲ ਥਲ ਰਹਾ ਸਮਾਏ। ਵੀ ਦੂਜਾ ਇਹ ਜੀਵ ਨੂੰ ਕੀ ਸਿਮਰਨਾ ਜਿਹੜਾ ਜੰਮ ਕੇ ਅਤੇ ਮਰ ਜਾਂਦਾ। ਭਾਵ ਹਿੰਦੂ ਵੀ ਜੰਮਦੇ, ਮੁਸਲਮਾਨ ਵੀ ਮਰ ਜਾਂਦੇ ਹੈ, ਇਹ ਤਾਂ ਉਹਦੇ ਬਣਾਏ ਹੋਏ ਜੀਵ ਇਹ ਤਾਂ ਮਰ ਜਾਂਦੇ ਹੈ। ਇਹਨਾਂ ਨੂੰ ਕਾਹੇ ਕਿਸ ਵਾਸਤੇ ਸਿਮਰੀਏ, ਦੋ ਹੱਦਾਂ ਵੀ ਕਾਹਦੀਆਂ। ਅਸੀਂ ਤਾਂ ਕਹਿੰਦੇ ਵੀ ਇੱਕੋ ਹੀ ਹੱਦ ਹੈ, ਇੱਕੋ ਸਿਮਰੈ ਨਾਨਕਾ, ਇੱਕ ਪਰਮੇਸ਼ਰ ਨੂੰ ਸਿਮਰਨਾ ਕਰੀਏ, ਯਾਦ ਕਰੀਏ। ਜੋ ਜਲ ਥਲ ਰਹਾ ਸਮਾਏ, ਜੋ ਜਲਾਂ ਵਿੱਚ ਥਲਾਂ ਵਿੱਚ, ਭਾਵ ਹਿੰਦੂ ਮੁਸਲਮਾਨ ਦੋਵਾਂ ਵਿੱਚ ਹੀ ਸਮਾਇਆ ਹੋਇਆ ਹੈ। ਇਹ ਜਾ ਕੇ ਜਦੋਂ
ਕਮਾਲ ਮਰੀਦ ਨੇ ਸ਼ੇਖ ਬ੍ਰਹਮ ਪੀਰ ਨੂੰ ਸੁਣਾਇਆ ਬੈਂਤ। ਬੜਾ ਪ੍ਰਸੰਨ ਹੋਇਆ ਅਤੇ ਮਰੀਦ ਨੂੰ ਕਹਿਣ ਲੱਗਾ ਵੀ ਤੂੰ ਜਾਣਦਾ ਹੈ ਇਹਦਾ ਮਤਲਬ? ਇਹ ਗੁਰੂ ਨਾਨਕ ਸਾਹਿਬ ਤਪਾ ਜੀ ਬਹੁਤ ਵੱਡੀ ਤਾਕਤ ਵਾਲੇ ਹੈ, ਵੱਡੀ ਸ਼ਕਤੀ ਵਾਲੇ ਹੈ। ਉਹਨਾਂ ਦੇ ਕਹਿਣ ਦਾ ਬਹੁਤ ਵੱਡਾ ਸਿਧਾਂਤ ਹੈ। ਤੂੰ ਵੀ ਮੈਨੂੰ ਲੈ ਕੇ ਚੱਲ ਉੱਥੇ। ਐਵੇਂ ਬਜ਼ੁਰਗ ਸਨ, ਪਾਲਕੀ ਵਿੱਚ ਸਵਾਰ ਹੋ ਕੇ ਅਤੇ ਉੱਥੇ ਚਲੇ ਗਏ। ਅਤੇ ਉੱਥੇ ਜਾ ਕੇ ਜਦੋਂ ਸਤਿਗੁਰੂ ਜੀ ਨਜ਼ਰੀ ਪਏ ਤਾਂ ਉਸੇ ਵੇਲੇ ਪਾਲਕੀ ਸਾਹਿਬ ਤੋਂ ਉਤਰ ਕੇ ਅਤੇ ਨੰਗੇ ਚਰਨੀ ਚੱਲ ਪਏ। ਨੰਗੇ ਚਰਨੀ ਚੱਲ ਕੇ ਫਿਰ ਜਿਹੜਾ ਸਤਿਗੁਰੂ ਜੀ ਦੇ ਪਾਸ ਗਏ, ਮੱਥਾ ਟੇਕਿਆ, ਕੋਲ ਬੈਠ ਗਏ। ਬਚਨ ਵਿਲਾਸ ਹੋਏ ਹੈ ਵੀ ਆਪ ਜੀ ਨੇ ਐਸਾ ਕੁਝ ਕਿਹਾ ਵੀ ਹਿੰਦੂ ਮੁਸਲਮਾਨ ਇੱਕ ਹੀ ਹੈ, ਆਪ ਜੀ ਮੈਨੂੰ ਚੰਗੀ ਤਰ੍ਹਾਂ ਸਮਝਾਓ। ਗੁਰੂ ਸਾਹਿਬ ਜੀ ਨੇ ਫਿਰ ਸਾਰਾ ਸਮਝਾਇਆ ਵੀ ਇਹ ਤਾਂ ਝਗੜੇ ਝਮੇਲੇ ਪੱਖਵਾਦ ਵਾਲਿਆਂ ਦੇ ਆ, ਜਿਹੜੇ ਅਗਿਆਨੀ ਹੈ, ਬੇਸਮਝ। ਉਹ ਪਰਮੇਸ਼ਰ ਅਤੇ ਦੋਵਾਂ 'ਚ ਹੀ ਸਮਾਇਆ ਹੈ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲ੍ਹ ਰਾਮ ਕੇ ਪਿੰਡ ਪ੍ਰਾਣ। ਪ੍ਰਾਣ ਅਤੇ ਸਰੀਰ ਅੱਲਾ ਰਾਮ ਪਰਮੇਸ਼ਰ ਦਾ ਹੀ ਹੈ। ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹਾਂ। ਸਰਬ ਸਾਂਝਾ ਉਪਦੇਸ਼ ਜਦੋਂ ਇਹ ਪੀਰ ਨੇ ਸੁਣਿਆ, ਸ਼ੇਖ ਬ੍ਰਹਮ ਬੜਾ ਪ੍ਰਸੰਨ ਹੋਇਆ। ਫਿਰ ਬਾਬਾ ਫਰੀਦ ਜੀ ਦਾ ਜਿਹੜਾ ਸਲੋਕ ਸੀ ਉਹ ਉਚਾਰਨ ਕਰਕੇ ਕਿਹਾ ਵੀ ਮਹਾਰਾਜ ਉਸ ਖੁਦਾ ਜਿਹਨੂੰ ਤੁਸੀਂ ਇੱਕ ਕਿਹਾ ਉਹਨੂੰ ਕਿਵੇਂ ਮਿਲੀਏ। ਜਿਵੇਂ ਸਾਡੇ ਵੱਡੇ ਫਰੀਦ ਸਾਹਿਬ ਜੀ ਨੇ ਕਿਹਾ, ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪਹਿਰਿਓ, ਜਿਨੀ ਵੇਸੀ ਸੌ ਮਿਲੈ ਸੇਈ ਵੇਸ ਕਰਿਓ। ਇਹ ਰੇਸ਼ਮ ਦੇ ਕੱਪੜੇ ਪਾੜ ਕੇ ਲੀਰਾਂ ਕਰਕੇ ਜਿਹੜੀ ਕਾਲੇ ਰੰਗ ਦੀ ਜਾਂ ਭੂਰੇ ਰੰਗ ਦੀ ਕੱਪੜੀ ਪਹਿਨ ਲੈਣਾ ਕਰੇ ਮਨੁੱਖ ਜੀਵ। ਅਸੀਂ ਜੇ ਕਹਿੰਦੇ ਹਾਂ ਜਿਨ੍ਹਾਂ ਵੇਸਾਂ ਨਾਲ ਹੀ ਪਤੀ ਮਿਲਦਾ ਉਹ ਵੇਸ ਹੀ ਕਰ ਲੈਣਾ ਚਾਹੀਦਾ ਹੈ। ਕਿ ਮਹਾਰਾਜ ਮੈਂ ਉਹ ਵੇਸ ਕਰਾਂ, ਘਰ ਛੱਡ ਦਿਆਂ, ਪਰਿਵਾਰ ਛੱਡ ਦਿਆਂ, ਕੱਪੜੇ ਛੱਡ ਦਿਆਂ। ਇਹ ਜੋ ਆਪ ਜੀ ਕਹਿੰਦੇ ਉਹੀ ਉਹ ਸਾਧਨ ਕਰ ਲੈਣਾ, ਆਪ ਜੀ ਦੱਸੋ। ਫਿਰ ਗੁਰੂ ਸਾਹਿਬ ਜੀ ਨੇ ਸੁਣ ਕੇ ਅਤੇ ਆਪ ਵਚਨ ਕੀਤਾ, ਇਹ ਸ਼ੇਖ ਬ੍ਰਹਮ ਕਿਸ ਵਾਸਤੇ ਕੱਪੜੇ ਛੱਡਣੇ ਹੈ, ਕਿਸ ਵਾਸਤੇ ਘਰ ਛੱਡਣਾ ਹੈ। ਜੇ ਸਿਦਕ ਭਰੋਸਾ ਯਕੀਨ ਹੋਵੇ ਪਰਮੇਸ਼ਰ ਦੇ, ਉਹ ਘਰ ਰਿਦੇ ਵਿੱਚ ਆ ਕੇ ਮਿਲ ਜਾਂਦਾ, ਕਿਉਂਕਿ ਉੱਥੇ ਹੀ ਹੈ ਉਹ। ਵਚਨ ਕੀਤਾ ਘਰ ਹੀ ਮੁੰਦ ਵਿਦੇਸ ਫਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਕਿ ਘਰੇ ਉਹ ਜੀ ਪਰਮਾਤਮਾ ਖੁਦਾ ਘਰੇ ਹਿਰਦੇ ਰੂਪੀ ਸਰੀਰ ਰੂਪੀ ਘਰ ਵਿੱਚ ਹੀ ਹੈ। ਇਹ ਅਗਿਆਨ ਦੇ ਵਿੱਚ ਫਸੀ ਹੋਈ ਜੀਵ ਰੂਪ ਮੁੰਦ ਇਸਤਰੀ ਉਸ ਪਤੀ ਪਰਮਾਤਮਾ ਨੂੰ ਵਿਦੇਸ਼ 'ਚ ਜਾਣਦੀ ਹੈ, ਭਾਵ ਜੰਗਲਾਂ ਬੇਲਿਆਂ ਕੁਫਾਂ ਕੰਧਰਾਂ ਕੁਫਾਂ ਜਾਣਦੀ ਹੈ ਵੀ ਉਹ ਉੱਥੇ ਰਹਿੰਦਾ ਹੈ। ਜਿਸ ਕਰਕੇ ਹਮੇਸ਼ਾ ਝੂਰਦੀ ਹੈ, ਯਾਦ ਚੇਤੇ ਕਰਦੀ ਹੈ। ਇਹ ਸ਼ੇਖ ਬ੍ਰਹਮ ਜੀ ਉਹ ਖੁਦਾ ਨੂੰ ਮਿਲਦਿਆਂ ਢਿੱਲ ਨਹੀਂ ਹੁੰਦੀ, ਢਿੱਲ ਮੱਠ ਨਹੀਂ ਉਹ ਕਰਦਾ ਖੁਦਾ। ਜੇ ਨੀਅਤ ਰਾਸ ਕਰੇ, ਜੇ ਜੀਵ ਰੂਪੀ ਇਸਤਰੀ ਨੀਅਤ ਠੀਕ ਕਰੇ ਨਾ ਆਪਣੀ ਚੰਗੀ ਸਿਦਕ ਭਰੋਸੇ ਵਾਲੀ ਹੋ ਕੇ, ਉਸ ਨੂੰ ਹਿਰਦੇ ਰੂਪੀ ਘਰ ਵਿੱਚ ਘਰ ਬੈਠਿਆਂ ਹੀ ਧਿਆਏ ਅਤੇ ਉਹ ਮਿਲਦਿਆਂ ਢਿੱਲ ਨਹੀਂ ਲਾਉਂਦਾ, ਆ ਕੇ ਮਿਲ ਜਾਂਦਾ ਹੈ। ਇਵੇਂ ਉਪਦੇਸ਼ ਸਤਿਗੁਰੂ ਜੀ ਬਾਬਾ ਸ਼ੇਖ ਫਰੀਦ ਜੀ ਦੀ ਜਿਹੜੇ ਗੱਦੀ 'ਤੇ ਜਾਨਸ਼ੀਨ ਬੈਠੇ ਹੋਏ ਸਨ, ਸ਼ੇਖ ਬ੍ਰਹਮ ਜੀ ਜੋ ਵੀ ਬਜ਼ੁਰਗ ਹੋ ਚੁੱਕੇ ਸਨ, ਉਹਨਾਂ ਦੇ ਨਾਲ ਜਿਵੇਂ ਬਚਨ ਵਿਲਾਸ ਗਿਆਨ ਚਰਚਾ ਹੋਈ, ਉਹ ਪ੍ਰਸੰਗ ਆਪਾਂ ਵਿਸਥਾਰ ਨਾਲ ਸਰਵਣ ਕਰ ਰਹੇ ਹਾਂ। ਕੁਝ ਪ੍ਰਸੰਗ ਹੋ ਗਿਆ ਸੀ, ਅੱਧਾ ਕੁ ਪ੍ਰਸੰਗ ਰਹਿ ਗਿਆ ਸੀ। ਉਹ ਜਿਵੇਂ ਕਥਾ ਵਿਚਾਰ ਆਉਂਦੀ ਆ ਆਪਾਂ ਸਰਵਣ ਕਰੀਏ। ਸਰਵਣ ਕਰ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਹਾ ਸੇਖ ਔਰਤ ਘਰ ਹੋਏ। ਜੋ ਗੁਰੂ ਜੀ ਨੇ ਬਚਨ ਉਚਾਰਨ ਕੀਤੇ, ਘਰ ਹੀ ਮੁੰਦ ਵਿਦੇਸ ਫਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਵੀ ਹੇ ਸ਼ੇਖ ਬ੍ਰਹਮ ਜੀ, ਕਾਹਨੂੰ ਕੱਪੜੇ ਛੱਡ ਦੇਣੇ, ਕਿਉਂ ਕੰਬਲੀ ਪਾਉਣੀ ਹੈ, ਕਿਉਂ ਘਰ ਛੱਡਣਾ ਹੈ। ਆ ਘਰ ਦੇ ਵਿੱਚ ਹੀ ਜੇ ਮਾਂ ਪ੍ਰਾਪਤ ਹੁੰਦਾ ਖੁਦਾ, ਜੇ ਸਿਦਕ ਭਰੋਸਾ ਯਕੀਨ ਉਹਦੇ 'ਤੇ ਬਹੁਤਾ ਬਹੁਤਾ ਕਰੇ, ਤਾਂ ਉਹਦਾ ਸਿਮਰਨ ਕਰੇ, ਉਹਦੇ ਨਾਲ ਜੁੜੇ, ਐਸਾ ਭਰੋਸਾ ਕਰੇ, ਅਤੇ ਫਿਰ ਉਹ ਇੱਥੇ ਆ ਕੇ ਮਿਲ ਜਾਂਦਾ, ਘਰ ਦੇ ਵਿੱਚ ਹੀ ਆ ਕੇ। ਇਸ ਤਰ੍ਹਾਂ ਕਹਿੰਦੇ ਵੀ ਹੋਰ ਸ਼ੇਖ ਬ੍ਰਹਮ ਜੀ ਸੁਣੋ, ਤੁਹਾਨੂੰ ਸੌਖੇ ਢੰਗ ਨਾਲ ਦੱਸਦੇ ਹਾਂ ਵੀ ਘਰ ਵਿੱਚ ਜਿਹੜੀ ਔਰਤ ਹੋਵੇ, ਗਇਓ ਵਿਦੇਸਾ ਕੰਤ ਹੈ ਜੋਏ। ਤੇ ਉਸ ਇਸਤਰੀ ਔਰਤ ਦਾ ਜਿਹੜਾ ਕੰਤ ਮਾਲਕ ਪਤੀ ਹੈ, ਜੇ ਉਹ ਵਿਦੇਸ਼ ਚਲਿਆ ਗਿਆ ਹੋਵੇ, ਭੈ ਨਿਤ ਕਰਤਾ ਕੰਤ ਚਿਤ ਚਾਹੀ। ਪਰ ਜੇ ਤੇ ਉਹ ਜਿਹੜੀ ਇਸਤਰੀ ਜੀ ਦਾ ਪਤੀ ਵਿਦੇਸ਼ 'ਚ ਚਲਿਆ ਗਿਆ ਹੋਵੇ, ਉਹ ਪਤੀ ਨਾਲ ਬੜੀ ਪ੍ਰੇਮਣ ਪਿਆਰ ਕਰਦੀ ਹੋਵੇ, ਵੀ ਹਮੇਸ਼ਾ ਆਪਣੇ ਮਾਲਕ ਦਾ ਭੈ ਕਰਦੀ ਹੋਵੇ, ਅਤੇ ਹਮੇਸ਼ਾ ਹੀ ਆਪਣੇ ਮਾਲਕ ਨੂੰ ਚਿੱਤ ਵਿੱਚ ਚਾਹੁੰਦੀ ਹੋਵੇ, ਸਦਾ ਹੀ ਮਿਲਣ ਵਾਸਤੇ। ਰਾਖਹਿ ਸਿਦਕ ਜੇ ਡੋਲਹਿ ਨਾਹੀ। ਇਹ ਜੇ ਉਹ ਡੋਲੇ ਨਾ ਤੇ ਸਿਦਕ ਭਰੋਸਾ ਯਕੀਨ ਰੱਖੇ ਆਪਣੇ ਪਤੀ ਉੱਪਰ, ਆਨ ਮਿਲਹਿ ਤਿਹ ਕੰਤ ਅਵਾਸਾ। ਤੇ ਉਹਦਾ ਜਿਹੜਾ ਕੰਤ ਮਾਲਕ ਹੈ ਨਾ ਪਤੀ, ਉਹ ਇੱਕ ਦਿਨ ਫਿਰ ਘਰ ਵਿੱਚ ਆਣ ਹੀ ਮਿਲਦਾ, ਆਪਣੀ ਪਤਨੀ ਦਾ ਪ੍ਰੇਮ ਦੇਖ ਕੇ। ਪ੍ਰੀਤ ਕਰਤ ਨਿਤ ਰਹਿ ਅਵ ਪ੍ਰੀਤ ਕਰਤ ਨਿਤ ਰਹਿ ਅਪਾਸਾ। ਜਿਹੜੀ ਇਸਤਰੀ ਪ੍ਰੀਤ ਪ੍ਰੇਮ ਕਰਦੀ ਆਪਣੇ ਪਤੀ ਨਾਲ, ਤੇ ਉਹਦਾ ਪਤੀ ਉਹਦੇ ਨਾਲ ਪ੍ਰੀਤੀ ਕਰਦਾ, ਜਿਸ ਕਰਕੇ ਹਮੇਸ਼ਾ ਪਾਸ ਕੋਲ ਹੀ ਰਹਿੰਦਾ ਫਿਰ। ਜੇ ਔਰਤ ਹੋਵੇ ਬਦਰਾਹ। ਪਰ ਸ਼ੇਖ ਬ੍ਰਹਮ ਜੀ, ਜੇ ਔਰਤ ਉਹ ਇਸਤਰੀ ਬਦਰਾ, ਖੋਟੇ ਰਾਹ 'ਤੇ ਤੁਰਨ ਵਾਲੀ, ਭੈੜੇ ਰਾਹ 'ਤੇ ਮੰਦੇ ਰਾਹ 'ਤੇ ਤੁਰਨ ਵਾਲੀ ਹੋਵੇ, ਗਾਫਲ ਭਈ ਅਵਰ ਚਿਤ ਚਾਹੇ। ਐਵੇਂ ਆਪਣੇ ਪਤੀ ਵੱਲੋਂ ਗਾਫਲ ਹੋਈ ਪਈ ਹੋਵੇ, ਬਿਲਕੁਲ ਹੀ ਪਤੀ ਵੱਲੋਂ ਅਚੇਤ ਹੋਈ ਹੋਵੇ, ਤੇ ਹੋਰਾਂ ਪਤੀਆਂ ਨੂੰ ਚਿੱਤ ਵਿੱਚ ਚਾਹੇ, ਹੋਰਾਂ ਦੇ ਪ੍ਰੇਮ ਚਾਹੇ। ਤਿਹ ਕੋ ਕੰਤ ਭੁਲਾਵਹਿ ਮਨ ਤੇ। ਉਸ ਦਾ ਜਿਹੜਾ ਪਤੀ ਹੈ, ਉਹ ਆਪਣੀ ਐਸੀ ਭੈੜੀ ਇਸਤਰੀ ਦੇ ਚੱਜ ਆਚਾਰ ਵੇਖ ਕੇ, ਮਾੜੇ ਖਿਆਲ ਵੇਖ ਕੇ ਮਨ ਤੋਂ ਭੁਲਾ ਦਿੰਦਾ, ਉਹ ਪਤੀ ਦੇ ਮਨੋਂ ਲੈ ਜਾਂਦੀ ਹੈ ਜੀ ਐਸੀ ਇਸਤਰੀ। ਦੁਖੀ ਦੁਹਾਗਨ ਫਿਰਹਿ ਜੋ ਅਨ ਤੇ। ਐਵੇਂ ਉਹ ਜਿਹੜੀ ਐਸੀ ਦੋਹਾਂ ਫਿਰਨ ਵਾਲੀ ਨਾ, ਦੋਵੇਂ ਪਾਸੇ ਦੁਹਾਗਣ ਹੁੰਦੀ ਹੈ, ਅਤੇ ਦੁਹਾਗਣ ਜਿਹੜੀ ਹੋਰਾਂ ਪਾਸੇ ਫਿਰਦੀ ਹੈ, ਫਿਰ ਬੜੀ ਦੁਖੀ ਹੁੰਦੀ ਹੈ। ਫਿਰ ਛੋੜਿਆ ਘਰ ਆਪਣਾ, ਪਰ ਪੁਰਖੈ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ। ਉਹ ਫਿਰ ਛੇਤੀ ਪੁਕਾਰ ਕਰਦੀ ਹੈ, ਕਰ ਲਾਉਂਦੀ ਹੈ, ਪਤੀ ਨੂੰ ਵੀ ਗਵਾ ਬਹਿੰਦੀ ਹੈ। ਸੁਨ ਅਸ ਬਚਨ ਸੇਖ ਸੁਖ ਪਾਏ। ਇਸੇ ਤਰ੍ਹਾਂ ਇਹਦਾ ਅੰਤਰੀ ਭਾਵ ਵੀ ਜਿਹੜੀ ਜੀਵ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਹੋਰਾਂ ਦੀ ਚਿੱਤ ਵਿੱਚ ਚਾਹਨਾ ਕਰਦੀ, ਦੇਵੀ ਦੇਵਤਿਆਂ ਹੋਰਾਂ ਦੀ, ਸੰਸਾਰੀ ਲੋਕਾਂ ਦੀ ਜਾਂ ਹੋਰਨਾਂ ਦੇ ਆਸਰੇ ਤੱਕਦੀ ਹੈ, ਉਹ ਵੀ ਪਤੀ ਪਰਮੇਸ਼ਰ ਉਹਨੂੰ ਭੁਲਾ ਦਿੰਦਾ, ਉਹਨੂੰ ਪਰੇ ਕਰ ਦਿੰਦਾ ਉਹਨੂੰ, ਜਿਸ ਕਰਕੇ ਉਹ ਪ੍ਰਤੱਖ ਪਤੀ ਪਰਮਾਤਮਾ ਤੋਂ ਵਿਛੜ ਕੇ ਦੁਹਾਗਣ ਹੋ ਜਾਂ ਦੁਖੀ ਹੁੰਦੀ ਹੈ, ਜਿਸ ਕਰਕੇ ਉਹਨੂੰ ਕੋਈ ਥਾਂ ਨਹੀਂ ਰਹਿੰਦੀ। ਸੁਨ ਅਸ ਬਚਨ ਸੇਖ ਸੁਖ ਪਾਏ। ਸਤਿਗੁਰ ਜੀ ਪਾਸੋਂ ਐਸੇ ਬਚਨ ਸਿੱਖਿਆਦਾਈ ਸੁਣ ਕੇ
ਸ਼ੇਖ ਬ੍ਰਹਮ ਜੀ ਨੇ ਬਹੁਤ ਸੁਖ ਪਾਇਆ ਹੈ। ਬੋਝੀ ਬਹਰ ਖਬਰ ਖੁਦਾਏ। ਇਹ ਜਿਹੜੀ ਖੁਦਾ ਦੇ ਘਰ ਦੀ ਖਬਰ ਸਾਰ ਹੈ ਉਹ ਸਤਿਗੁਰ ਜੀ ਨੂੰ ਪੁੱਛੀ ਹੈ। ਸਲੋਕ ਫਰੀਦਾ ਨੰਡੀ ਕੰਤ ਨਾ ਰਾਵਿਓ। ਕਹਿੰਦੇ ਹੈ ਸ਼ੇਖ ਬ੍ਰਹਮ ਜੀ ਗੁਰੂ ਨਾਨਕ ਸਾਹਿਬ ਜੀ ਸਾਡੇ ਫਰੀਦ ਵੱਡੇ ਕਹਿੰਦੇ ਆ ਫਰੀਦ ਸ਼ੇਖ ਫਰੀਦ ਜੀ ਵੀ ਫਰੀਦਾ ਨੰਢੀ ਕੰਤ ਨਾ ਰਾਵਿਓ। ਆ ਜਿਸ ਜੀਵ ਰੂਪ ਇਸਤਰੀ ਨੇ ਨੰਢੀ ਕਹੀਏ ਜਵਾਨ ਅਵਸਥਾ ਵਿੱਚ ਛੋਟੀ ਉਮਰੇ ਚੜ੍ਹਦੀ ਜਵਾਨੀ ਦੇ ਵਿੱਚ ਉਸ ਪਰਮੇਸ਼ਰ ਨੂੰ ਸਿਮਰਨ ਦੁਆਰਾ ਕੰਤ ਮਾਲਕ ਪਤੀ ਪਰਮਾਤਮਾ ਨੂੰ ਨਹੀਂ ਨਾ ਮੰਨਣਾ ਕੀਤਾ, ਨਹੀਂ ਰਾਵਣਾ ਕੀਤਾ। ਵੱਡੀ ਥੀ ਮੁਈਆਸ। ਪਰ ਜਿਸ ਵੇਲੇ ਉਹ ਵੱਡੀ ਹੋਈ ਭਾਵ ਬਿਰਧ ਉਮਰ ਹੋ ਗਈ ਤਾਂ ਉਹਦੀ ਤੇ ਆਸਾ ਹੀ ਮਰ ਗਈ, ਭਾਵ ਤੋਂ ਪਾਉਣ ਜੋਗੀ ਰਹੀ ਕੋਈ ਨਾ। ਜਦੋਂ ਵੱਡੀ ਉਮਰ ਬਿਰਧ ਹੋ ਗਈ ਤੇ ਉਹ ਨਿਸਫਲ ਹੀ ਮਰ ਗਈ ਇਸ ਸੰਸਾਰ ਸਮੁੰਦਰ ਤੋਂ। ਧਨ ਕੁ ਕਹਿੰਦੀ ਗੌਰ ਮੈਂ। ਜਿਸ ਕਰਕੇ ਮਰਨ ਤੋਂ ਬਾਅਦ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ ਧਨ ਕਹੀ ਜੀਵ ਰੂਪੀ ਇਸਤਰੀ ਉਹ ਕਬਰ ਵਿੱਚ ਪਈ ਹੋਈ ਕੂਕਾਂ ਮਾਰਦੀ, ਕੂਕਾਂ ਮਾਰੇਗੀ। ਤਾ ਸਹਿ ਨਾ ਮਿਲਿਆਸ। ਐਸਾ ਹੈ ਪਤੀ ਪਰਮਾਤਮਾ ਖੁਦਾ ਮੈਂ ਤੇਰੇ ਨਾਲ ਮਿਲ ਨਾ ਸਕੀ, ਸਾਰੀ ਉਮਰ ਹੀ ਬਤਾ ਲਈ ਤੇਰੇ ਨਾਲ ਮਿਲ ਨਾ ਸਕੀ। ਪਰ ਫਿਰ ਪਛਤਾਇਆ ਕੀ ਕਰੂਗਾ ਜਦੋਂ ਸਮਾਂ ਲੰਘ ਗਿਆ, ਜਦੋਂ ਮਰ ਖਾਵੇ ਗਈ ਉਹਨੂੰ ਕੁਝ ਨਹੀਂ ਪ੍ਰਾਪਤ ਹੋ ਸਕਦਾ। ਇਸੇ ਪ੍ਰਕਾਰ ਫਰੀਦਾ ਨੰਦੀ ਕੰਤ ਨਾ ਰਾਵਿਓ। ਕਹਿੰਦੇ ਹੈ ਵੀ ਫਰੀਦਾ ਆ ਜਿਨ੍ਹਾਂ ਨੇ ਨੰਢੀ ਕਹੀਏ ਨਿਮਰਤਾ ਦੇ ਸਹਿਤ ਹੋ ਕੇ ਜਿਸ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਦੇ ਨਾਮ ਨੂੰ ਉਚਾਰਨਾ ਨਹੀਂ ਕੀਤਾ, ਮੰਨਣਾ ਨਹੀਂ ਕੀਤਾ। ਵੱਡੀ ਥੀ ਮੁਈਆਸ। ਉਹ ਹੰਕਾਰ ਵੱਡੀ ਕਹੀਏ ਹੰਕਾਰੀ ਹੋ ਕੇ ਹਉਮੈ ਵਿੱਚ ਆ ਕੇ ਵਡੱਪਣ ਪੁਣੇ ਵਿੱਚ ਆ ਕੇ ਉਹ ਮਰ ਗਈ, ਨਿਸਫਲ ਹੀ ਕਿਸੇ ਕੰਮ ਨਾ ਆਈ ਉਹਦੀ ਵਡੱਪਣ ਪੁਣਾ ਵੱਡੀ ਪੁਣਾ। ਧਨ ਕੁ ਕਹਿੰਦੀ ਗੌਰ ਮੈਂ। ਐਵੇਂ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ ਉਹਦੇ ਵਿੱਚ ਪਈ ਹੋਈ ਕਬਰ ਵਿੱਚ ਪਈ ਹੋਈ ਕੂਕਾਂ ਮਾਰਦੀ ਹੈ। ਫਿਰ ਤਾ ਸਹਿ ਨਾ ਮਿਲਿਆਸ। ਇਹ ਪਤੀ ਮੈਂ ਤੈਨੂੰ ਖੋਟੇ ਭਾਗਾਂ ਕਰਕੇ ਮਿਲ ਨਾ ਸਕੀ, ਮੇਰੇ ਮਾੜੇ ਭਾਗ ਹੈ, ਮੰਦੇ ਭਾਗ ਹੈ, ਤੇ ਜਿਸ ਕਰਕੇ ਤੈਨੂੰ ਮਿਲ ਨਾ ਸਕੀ ਤੇ ਐਵੇਂ ਉਹ ਪਛਤਾਉਂਦੀ ਹੈ। ਜੋ ਪਾਈ ਤਰਨ ਬੈਸ ਨਹ ਚੇਤਨ ਕੀਨੋ। ਵੀ ਜਦੋਂ ਜਵਾਨ ਉਮਰਾ ਸੀ, ਚੜ੍ਹਦੀ ਜਵਾਨੀ ਸੀ ਤੇ ਉਦੋਂ ਤੇ ਉਸ ਪਰਮੇਸ਼ਰ ਨੂੰ ਚੇਤੇ ਨਾ ਕੀਤਾ। ਰਿੱਧ ਭਇਓ ਇੰਦਰੀ ਬਲ ਖੀਨਾ। ਜਦੋਂ ਬਜ਼ੁਰਗ ਹੋ ਗਈ ਜੀਵ ਰੂਪੀ ਇਸਤਰੀ ਤੇ ਇੰਦਰੀਆਂ ਦਾ ਬਲ ਵੀ ਨਾਸ ਹੋ ਗਿਆ, ਭਾਵ ਅੱਖਾਂ 'ਚ ਪਾਣੀ ਵਗਣ ਲੱਗ ਪਿਆ। ਜਦੋਂ ਬਿਰਧ ਹੋ ਗਈ ਹੱਥ ਕੰਬਣ ਲੱਗ ਪਏ, ਪੈਰ ਸਹਾਰਾ ਛੱਡ ਗਏ, ਜ਼ੁਬਾਨ ਵੀ ਜਿਹੜੀ ਬੋਲਣ ਉਹੋ ਜਿਹੀ ਨਾ ਰਹੀ, ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ, ਕੰਨਾਂ ਤੋਂ ਸੁਣਨ ਘੱਟ ਲੱਗ ਪਿਆ, ਕਥਾ ਸੁਣ ਜੋਗਾ ਨਾ ਰਹਿ ਗਿਆ। ਐਵੇਂ ਉਹ ਜੀਵ ਰੂਪੀ ਇਸਤਰੀ ਬਿਰਧ ਜਦੋਂ ਹੋ ਗਈ ਇੰਦਰੀਆਂ ਦਾ ਬਲ ਵੀ ਨਾਸ ਹੋ ਗਿਆ, ਜਮਾ ਹੀ ਸਤਿਆਨਾਸ ਹੋ ਗਿਆ। ਗੌਰ ਬਿਖੈ ਹੈ ਚਲਨ ਤਿਆਰੀ। ਇਹ ਹੁਣ ਕੀ ਉਹ ਕਰ ਸਕਦੀ ਹੈ ਜਦੋਂ ਬਿਰਧ ਹੋ ਗਈ ਜੀਵ ਰੂਪੀ ਇਸਤਰੀ, ਉਹਦੀ ਤੇ ਕਬਰ ਵਿੱਚ ਚੱਲਣ ਦੀ ਤਿਆਰੀ ਹੋ ਗਈ ਹੈ। ਅਬ ਸਾਹਿਬ ਸਾ ਮਿਲਣਾ ਭਾਰੀ। ਹੁਣ ਤੇ ਉਸ ਖੁਦਾ ਸਾਹਿਬ ਮਾਲਕ ਨੂੰ ਮਿਲਣਾ ਭਾਰੀ ਹੈ ਨਾ, ਉਹਨੂੰ ਮਿਲਣਾ ਔਖਾ ਕਠਿਨੀ ਹੈ। ਪੂਰਬ ਖਿਜਮਤ ਕੰਤ ਨਾ ਹੋਈ। ਜਿਵੇਂ ਭਗਤ ਮਹਾਰਾਜ ਕਹਿੰਦੇ ਨੈਨੋ ਨੀਰ ਬਹਿ ਤਨ ਕੀ ਖੀਨਾ, ਭਏ ਕੇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰਹਿ ਪ੍ਰਾਨੀ। ਹੇ ਪ੍ਰਾਣੀ ਹੁਣ ਤੂੰ ਕੀ ਕਰੇਗਾ ਜਦੋਂ ਬੁੱਢਾ ਹੋ ਗਿਆ, ਹੁਣ ਤੇ ਤੂੰ ਕਿਸੇ ਜੋਗਾ ਰਿਹਾ ਹੀ ਨਾ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ, ਹੁਣ ਤੇ ਅਗਲਾ ਪਾਸਾ ਨੇੜੇ ਆ ਗਿਆ ਮੌਤ ਦਾ, ਜਵਾਨੀ ਬਚਪਨਾ ਦੂਰ ਰਹਿ ਗਿਆ ਕਿਤੇ ਦਾ ਕਿਤੇ, ਸਾਰੀ ਉਮਰ ਹੀ ਲੰਘ ਗਈ। ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ।
ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਚੜ੍ਹਦੀ ਜਵਾਨੀ ਵਿੱਚ ਹੀ ਨਹੀਂ ਉਸ ਪਰਮੇਸ਼ਰ ਨੂੰ ਅੱਜ ਰਾਵਿਆ ਮਾਣਿਆ ਜਪਿਆ, ਅਤੇ ਉਹ ਧੌਲੀ ਉਮਰੇ ਬੁਢੇਪੇ ਵਾਲੀ ਉਮਰ ਵਿੱਚ ਕੋਈ ਕਰਮਾਂ ਵਾਲੇ ਜਪਦਾ ਨਹੀਂ, ਅਤੇ ਕਿੱਥੇ ਜਪਿਆ ਜਾਂਦਾ ਸਾਧ ਸੰਗਤ ਜੀ। ਉਹਦੇ 'ਤੇ ਸਮਾਂ ਹੀ ਲੰਘ ਜਾਂਦਾ ਹੈ, ਉਹਦੇ 'ਤੇ ਹੱਥ ਹੀ ਨਹੀਂ ਆਉਂਦਾ ਕੁਝ, ਨਾ ਸੰਗਤ 'ਚ ਬੈਠਾ ਜਾਂਦਾ ਹੈ, ਨਾ ਕੰਨਾਂ ਤੋਂ ਸੁਣਿਆ ਜਾਂਦਾ। ਬੁਰਾ ਹਾਲ ਤੇ ਬੈਂਕੇ ਦਿਹਾੜੇ ਇਵੇਂ ਹਾਲਤ ਹੋ ਜਾਂਦੀ ਹੈ। ਜਦੋਂ ਨੰਢੀ ਉਮਰ ਸੀ, ਚੜ੍ਹਦੀ ਜਵਾਨੀ ਸੀ, ਉਦੋਂ ਤੋਂ ਉਹਨੂੰ ਰਾਵਿਆ ਕੋਈ ਨਾ, ਜਪਿਆ ਕੋਈ ਨਾ। ਬਿਰਧ ਉਮਰ ਹੋ ਗਈ ਤੇ ਆ ਨਿਸਫਲ ਹੀ ਮਰ ਗਈ ਏ ਜੀਵ ਰੂਪ ਇਸਤਰੀ। ਪੂਰਬ ਖਿਜਮਤ ਕੰਤ ਨਾ ਹੋਈ। ਪਹਿਲਾਂ ਚੜ੍ਹਦੀ ਜਵਾਨੀ ਵਿੱਚ ਤੇ ਉਹ ਕੰਤ ਪਤੀ ਦੀ ਸੇਵਾ ਨਾ ਕੋਈ ਹੋਈ ਕੀਤੀ, ਨਾ ਮੁੜਿਆ ਹੀ ਨਾ ਇੱਧਰ। ਕਿਉਂ ਅਬ ਨਾਰ ਮਿਲੇ ਹੈ ਸੋਈ। ਜਿਵੇਂ ਸ਼ੇਖ ਬ੍ਰਹਮ ਜੀ ਇਹ ਜੀਵ ਰੂਪੀ ਇਸਤਰੀ ਹੁਣ ਕਿਵੇਂ ਉਹ ਪਤੀ ਪਰਮਾਤਮਾ ਨੂੰ ਮਿਲੇ, ਕਿਵੇਂ ਉਹਦੀ ਸੇਜਾ ਦਾ ਰੰਗ ਮਾਣੇ। ਸੇਖ ਬਚਨ ਸੁਨ ਗਿਆਨ ਉਦਾਰਾ। ਐਵੇਂ ਜੋ ਸ਼ੇਖ ਬ੍ਰਹਮ ਜੀ ਹੈ, ਉਹਨਾਂ ਦੇ ਜਿਹੜੇ ਬਚਨ ਸੁਣ ਕੇ ਗਿਆਨ ਦੇ ਵਿੱਚ ਜੋ ਸਖੀਦਾ ਤੇ ਸਤਿਗੁਰੂ ਮਹਾਰਾਜ ਤਿਹ ਸੋ ਬਹਰ ਸਲੋਕ ਉਚਾਰਾ। ਐਵੇਂ ਉਹ ਬਾਬਾ ਫਰੀਦ ਜੀ ਦਾ ਸਲੋਕ ਸੀ, ਅਤੇ ਇਹ ਹੁਣ ਸਤਿਗੁਰੂ ਮਹਾਰਾਜ ਜੀ ਅੱਗੋਂ ਸਲੋਕ ਉਚਾਰ ਕੇ ਸਿੱਖਿਆ ਦੇ ਰਹੇ ਆ ਸ਼ੇਖ ਬ੍ਰਹਮ ਜੀ ਨੂੰ। ਸਲੋਕ ਮਹੱਲਾ ਪਹਿਲਾ। ਮਹਿਲ ਕੁਚਜੀ ਮੜਵੜੀ। ਜਿਹੜੀ ਇਹ ਸ਼ੇਖ ਬ੍ਰਹਮ ਜੀ ਇਹ ਜਿਹੜੀ ਮਹਿਲ ਕੀ ਇਹ ਜੀਵ ਰੂਪੀ ਇਸਤਰੀ ਹੈ ਨਾ, ਇਹ ਖੋਟੇ ਚੱਜਾਂ ਵਾਲੀ ਹੈ, ਖੋਟੇ ਕੰਮਾਂ ਵਾਲੀ ਹੈ, ਇਹਨੂੰ ਕੋਈ ਚੱਜ ਨਹੀਂ ਚੱਜਦਾ ਹੈਗਾ। ਇਹ ਖੋਟੇ ਚੱਜ ਵਾਲੀ ਹੈ, ਖੋਟੇ ਆਚਾਰ ਵਾਲੀ ਹੈ, ਅਤੇ ਇਹ ਮੜਵੜੀ। ਇਹ ਜੀਵ ਰੂਪੀ ਇਸਤਰੀ ਖੋਟੇ ਚੱਜ ਵਾਲੀ, ਆ ਜਿਹੜੀ ਮੜੀ ਹੈ ਨਾ ਸਰੀਰ, ਇਹਦੇ ਵਿੱਚ ਹੀ ਵੜੀ ਪਈ ਹੈ। ਇਹ ਸਰੀਰ ਨੂੰ ਲੇਪਣ ਪੋਚਣ ਕਰੀ ਜਾਂਦੀ ਹੈ, ਅਤੇ ਇਹ ਸਰੀਰ ਦੇ ਵਿੱਚ ਹੀ ਫਸੀ ਹੋਈ ਹੈ, ਸਰੀਰ ਦੇਵ ਭਾਣ ਵਿੱਚ ਹੀ ਫਸੀ, ਸਰੀਰ ਨੂੰ ਸਭ ਕੁਝ ਮੰਨਿਆ ਇਸ ਜੀਵ ਰੂਪੀ ਇਸਤਰੀ ਕੁਚੱਜੀ ਨੇ। ਕਾਲੀ ਮਨਹੁਕ ਸੁਧ। ਪਾਪਾਂ ਕਰਕੇ ਕਾਲੀ ਹੈ, ਮਨ ਕਰਕੇ ਬੜੀ ਅਪਵਿੱਤਰ ਹੈ। ਜੇ ਗੁਣ ਹੋਵਨ ਤਾ ਫਿਰ ਰਵੈ। ਸ਼ੇਖ ਬ੍ਰਹਮ ਜੀ ਜੇ ਗੁਣ ਹੋਣ ਨਾ ਚੰਗੇ, ਸਤ ਸੰਤੋਖ ਦਇਆ ਧਰਮ ਖਿਮਾ, ਇਹ ਚੰਗੇ ਗੁਣ ਹੋਣ ਤਾਂ ਤੇ ਉਹ ਪਤੀ ਜਿਹੜਾ ਮਿਲਦਾ, ਪਰਮੇਸ਼ਰ ਮਿਲਦਾ ਰਵਣ ਨੂੰ, ਮੰਨਣ ਨੂੰ। ਨਾਨਕ ਅਵਗੁਣ ਮੁੰਦ। ਸਾਰੇ ਜੀਵ ਰੂਪੀ ਮੁੰਦ ਕਹੀਏ ਇਸਤਰੀ ਅਗਿਆਤ ਵਿੱਚ, ਬੇਸਮਝ ਵਿੱਚ ਬਹੁਤ ਔਗਣ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਹੁਤ ਔਗਣ ਹੈ। ਇਹ ਝਗੜਾਲੂ ਹੈ, ਹੰਕਾਰੀ ਹੈ, ਅਭਿਮਾਨ ਵਾਲੀ ਹੈ, ਅਤੇ ਕਿਵੇਂ ਪਤੀ ਨਾਲ ਮੇਲ ਹੋਵੇ, ਕਿਵੇਂ ਮਾਣੇ ਉਹਦੇ ਰੰਗ ਨੂੰ। ਦੋਹਰਾ ਮਹਿਲ ਕੁਚਜੀ ਬਿਸ਼ਰਤ। ਇਸੇ ਸ਼ਬਦ ਦਾ ਅਰਥ ਕਰਦੇ ਕਵੀ ਸਾਹਿਬ ਜੀ, ਮਹਿਲ ਕਹੀ ਜੋ ਜੀਵ ਰੂਪੀ ਇਸਤਰੀ ਹੈ, ਇਹ ਕੁਚੱਜੀ ਹੈ, ਅਤੇ ਵਿਸ਼ਿਆਂ ਦੇ ਵਿੱਚ ਇਹਦੀ ਰੱਤੀ ਪ੍ਰੀਤੀ ਹੈ, ਵਿਸ਼ਿਆਂ ਵਿੱਚ ਹੀ ਇਹ ਪ੍ਰੇਮ ਕਰਦੀ ਹੈ। ਕਾਲੀ ਕਲਮਲ ਸੰਗ। ਫਿਰ ਪਾਪਾਂ ਨਾਲ ਬੜੀ ਕਾਲੀ ਹੋਈ ਪਈ ਹੈ। ਦ્વੈਤ ਹਿਰਦੈ ਬਦ ਬੋਏ ਅਤ। ਐਵੇਂ ਦਵੈਤ ਭਾ ਹੈ ਹਿਰਦੇ ਵਿੱਚ, ਇਹਦੇ ਵਿੱਚ ਬੜੀ ਮੰਦੀ ਵਾਸ਼ਨਾ, ਬਦਬੂ ਆ ਰਹੀ ਹੈ, ਦੁਰਗੰਧੀ ਆ ਰਹੀ ਹੈ। ਕਿਉ ਮਾਣ ਫਿਰ ਰੰਗ। ਬਹੁਤ ਇਹਦੇ 'ਚ ਦੁਰਗੰਧੀ ਮੰਦੀ ਵਾਸ਼ਨਾ। ਫਿਰ ਉਸ ਜੋ ਫਿਰ ਪਰਮਾਤਮਾ ਪਤੀ ਖੁਦਾ ਹੈ, ਉਹਦੇ ਰੰਗ ਪ੍ਰੇਮ ਨੂੰ ਕਿਵੇਂ ਮਾਣੇ, ਕਿਵੇਂ ਉਹਦੀ ਸੇਜਾ ਤੇ ਆਨੰਦ ਮਾਣੇ ਜੀਵ ਰੂਪੀ ਇਸਤਰੀ ਮੈਲੀ ਪਾਪਾਂ ਵਾਲੀ ਵਿਸ਼ਈ। ਚੌਪਈ ਕੰਤ ਸੁਗੜ ਉਸ ਨਾਕ ਮਨੋਗਾ। ਜੇ ਤੁਸੀਂ ਕਹੋ ਵੀ ਉਹ ਮਾਲਕ ਕੈਸਾ ਖੁਦਾ, ਤੇ ਅਸੀਂ ਕਹਿੰਦੇ ਹਾਂ ਸ਼ੇਖ ਬ੍ਰਹਮ ਜੀ ਉਹ ਕੰਤ ਪਰਮੇਸ਼ਰ ਜਿਹੜਾ ਹੈ ਨਾ ਸੁਗੜ ਸੁਜਾਨ ਹੈ। ਉਸ ਨਾਗ ਕਹੀਏ ਉਹ ਬੜਾ ਬਾਂਕਾ ਜਵਾਨ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ। ਤੇਰੇ ਐਵੇਂ ਉਹ ਪਰਮੇਸ਼ਰ ਬੰਕੇ ਉਹਦੇ ਨਾਲ ਮੰਕੇ ਲੋਇਣ ਹੈ, ਅਤੇ ਉਹ ਪਰਮਾਤਮਾ ਸੋਹਣਾ ਦਾ ਨੱਕ ਹੈ, ਲੰਮੜੇ ਦੇ ਵਾਲ ਹੈ,
ਉਹ ਬੜਾ ਬਾਂਕਾ ਜਵਾਨ ਹੈ। ਪਰਮੇਸ਼ਰ ਮਨੋਗ ਸੁੰਦਰ ਹੈ। ਜਾਨਤ ਧਨ ਨਹਿਰਾਵਣ ਜੋਗ। ਉਹ ਸਭ ਕੁਝ ਜਾਣਦਾ ਵੀ ਇਹ ਜੀਵ ਰੂਪੀ ਇਸਤਰੀ ਮੈਲੀ ਕਚੈਲੀ ਹੈ, ਵਿਸ਼ਈ ਹੈ, ਕਾਮਣ ਹੈ। ਇਸ ਕਰਕੇ ਵੀ ਇਹ ਸਾਡੇ ਰਾਵਣ ਯੋਗ ਨਹੀਂ ਹੈ, ਇਹ ਸਾਡੇ ਮਾਨਣ ਯੋਗ ਨਹੀਂ ਹੈ, ਭੋਗਣ ਯੋਗ ਨਹੀਂ ਹੈ। ਤਜ ਤਿਹ ਨਾਰ ਸਚੱਜੀ ਜੋ। ਉਸ ਐਸੀ ਭੈੜੀ ਇਸਤਰੀ ਨੂੰ ਛੱਡ ਕੇ ਉਹ ਪਤੀ ਪਰਮਾਤਮਾ ਜਿਹੜੀ ਸੱਚੀ ਹੈ, ਚੰਗੇ ਚੱਜ ਵਾਲੀ, ਚੰਗੇ ਗੁਣਾਂ ਵਾਲੀ ਹੈ। ਸਤ ਸਿੰਗਾਰ ਜਿਹ ਰਵ ਹੈ ਸੋ। ਜਿਸ ਵਿੱਚ ਸਤ ਸੰਤੋਖ ਦਇਆ ਧਰਮ ਖਿਮਾ ਰੂਪੀ ਸ਼ਿੰਗਾਰ ਜਿਸ ਨੇ ਕੀਤਾ ਹੋਇਆ ਹੈ, ਸ਼ੁਭ ਗੁਣਾ ਰੂਪੀ, ਉਸ ਨੂੰ ਉਹ ਪਰਮਾਤਮਾ ਰਾਮ ਦਾ ਮਾਣਦਾ ਹੈ। ਕਾਮ ਕ੍ਰੋਧ ਲੋਭ ਅਹੰਕਾਰ। ਪਰ ਜਿਸ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਅਹੰ ਭਾਵ ਹੈ ਤੇ ਝੂਠ ਹੀ ਬੜਾ ਇਕੱਠਾ ਹੋਇਆ ਹੈ। ਮਲ ਪਚਾਲ ਕੀ ਕੀਨ ਜੇ ਦੂਰਾ। ਜਾਂ ਇਸੇ ਤਰ੍ਹਾਂ ਵੀ ਉਸ ਨੂੰ ਪਰਮਾਤਮਾ ਨਹੀਂ ਮਿਲਦਾ ਜਿਨ੍ਹਾਂ ਵਿੱਚ ਇਹ ਔਗੁਣ ਹੈ, ਖੋਟੀਆਂ ਚਾਲਾਂ ਦੀ ਮੈਲ ਹੈ, ਉਹ ਨਹੀਂ ਕੁਝ ਕਰ ਸਕਦਾ ਹੈ, ਉਹਨੂੰ ਨਹੀਂ ਮਿਲ ਸਕਦਾ। ਅਸੀਂ ਕਹਿੰਦੇ ਹਾਂ ਜਿਹੜਾ ਕਾਮ, ਕ੍ਰੋਧ, ਲੋਭ, ਅਹੰਕਾਰ ਅਤੇ ਝੂਠ, ਇਸੇ ਤਰ੍ਹਾਂ ਜਿਹੜੀ ਖੋਟੀ ਚਾਲ ਦੀ ਮੈਲ ਜਿਸ ਜੀਵ ਰੂਪੀ ਇਸਤਰੀ ਨੇ ਦੂਰ ਕੀਤੀ ਹੈ, ਤਿਹ ਸੋ ਰਾਵਹਿ ਕਰ ਹੀ ਪਿਆਰਾ। ਉਹ ਪਤੀ ਪਰਮਾਤਮਾ ਉਸ ਦੇ ਨਾਲ ਰਾਵਦਾ, ਉਹਨੂੰ ਮਾਣਦਾ ਹੈ, ਉਸੇ ਨਾਲ ਹੀ ਪਿਆਰ ਕਰਦਾ ਹੈ। ਬਿਨਾ ਸਿੰਗਾਰ ਧਨ ਸਦਾ ਖੁਆਰਾ। ਬਿਨਾ ਸ਼ਿੰਗਾਰ ਸਤ ਸੰਤੋਖ ਦਇਆ ਧਰਮ ਖਿਮਾ ਸ਼ੁਭ ਗੁਣਾ ਤੋਂ ਬਿਨਾ ਇਹ ਜੀਵ ਰੂਪੀ ਇਸਤਰੀ ਸਦਾ ਖੱਜਰ ਖੁਆਰੀ ਹੁੰਦੀ, ਖਰਾਬ ਹੀ ਹੁੰਦੀ ਹੈ। ਕੰਤ ਬਿਖੈ ਲਖ ਦੋਸ ਨਾ ਕੋ। ਸ਼ੇਖ ਬ੍ਰਹਮ ਜੀ ਉਸ ਕੰਤ ਪਤੀ ਪਰਮਾਤਮਾ ਵਿੱਚ ਕੋਈ ਦੋਸ਼ ਨਾ ਜਾਣੋ। ਕਰਤ ਅਵਗਿਆ ਧਨ ਹਿਤ ਖੋ। ਧਨ ਹਿਤ, ਇਹ ਜਿਹੜੀ ਜੀਵ ਰੂਪੀ ਇਸਤਰੀ ਹੈ, ਇਹ ਹਿਤ ਨੂੰ ਖੋ ਕੇ, ਪ੍ਰੇਮ ਨੂੰ ਗਵਾ ਕੇ ਜਿਹੜੀ ਅਵਗਿਆ ਕਰਦੀ ਹੈ, ਤਿਹ ਕੋ ਤਿਆਗ ਬਿਖੈ ਸੰਗ ਰਾਚੀ। ਤੇ ਉਸ ਪਰਮਾਤਮਾ ਨੂੰ ਛੱਡ ਕੇ ਤੇ ਵਿਸ਼ਿਆਂ ਵਿੱਚ ਰਚੀ ਹੋਈ, ਫਸੀ ਹੋਈ ਹੈ। ਸੁਨਤ ਸੇਖ ਪਨ ਗਿਰਾ ਉਬਾਚੀ। ਸੁਣ ਕੇ ਸ਼ੇਖ ਬ੍ਰਹਮ ਜੀ ਨੇ ਫਿਰ ਬਚਨ ਕਿਹਾ, ਸਲੋਕ ਕਵਣ ਸੋ ਅੱਖਰ ਕਵਣ ਗੁਣ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ, ਸਾਡੇ ਸ਼ੇਖ ਫਰੀਦ ਜੀ ਕਹਿੰਦੇ ਆ ਵੀ ਕਵਣ ਸੋ ਅੱਖਰ, ਉਸ ਖੁਦਾ ਦੀ ਪ੍ਰਾਪਤੀ ਵਾਸਤੇ ਵੀ ਉਹ ਕਿਵੇਂ ਵਸ ਵਿੱਚ ਹੋਏ। ਕਹਿੰਦੇ ਆ ਮਹਾਰਾਜ ਉਹ ਕਿਹੜਾ ਅੱਖਰ ਹੈ, ਭਾਵ ਕਿਹੜਾ ਯੰਤਰ ਹੈ, ਕਿਹੜਾ ਧਾਗਾ ਹੈ, ਤਵੀਤ ਹੈ, ਕਵਣ ਗੁਣ, ਕੌਣ ਉਹ ਤੰਤਰ ਹੈ, ਗੁਣ ਦਾ ਅਰਥ ਤੰਤਰ, ਕਿਹੜਾ ਧਾਗਾ, ਕਿਹੜਾ ਟੂਣਾ ਹੈ ਉਹ। ਕਵਣ ਸੋ ਮਣੀਆ ਮੰਤਾ। ਕਿਹੜਾ ਉਹ ਸ਼੍ਰੋਮਣੀ ਮੰਤਰ ਹੈ ਸੋਹਣਾ। ਕਵਣ ਸੋ ਵੇਸੋ ਹਉ ਕਰੀ। ਗੁਰੂ ਨਾਨਕ ਸਾਹਿਬ ਜੀ ਕਿਹੜਾ ਉਹ ਵੇਸ ਹੈ ਜਿਹੜਾ ਮੈਂ ਕਰਾਂ। ਜਿਤ ਵਸ ਆਵਾ ਕਾਂਤਾ। ਜਿਸ ਵੇਸ ਨੂੰ ਕੀਤਿਆਂ, ਜਿਸ ਜੰਤਰ ਨੂੰ ਕੀਤਿਆਂ, ਆ ਧਾਗਾ ਟੂਣਾ ਕੀਤਿਆਂ, ਤਵੀਤ ਕੀਤਿਆਂ, ਸ਼੍ਰੋਮਣੀ ਮੰਤਰ ਨੂੰ ਜਪਿਆਂ, ਤੇ ਇਹ ਵੀ ਉਹ ਜਿਤ ਵਸ ਆਵੇ ਕੰਤ, ਉਹ ਕੰਤ ਪਰਮਾਤਮਾ ਵਸ ਵਿੱਚ ਆ ਜਾਵੇ, ਉਸ ਨੂੰ ਮੈਂ ਮਾਣ ਲਵਾਂ, ਉਹਦਾ ਸੁਖ ਭੋਗ ਲਵਾਂ। ਨਿਵਣ ਸੋ ਅੱਖਰ ਖਵਣ ਗੁਣ। ਗੁਰੂ ਸਾਹਿਬ ਜੀ ਕਹਿਣ ਲੱਗੇ ਫਰੀਦਾ, ਇਸੇ ਤਰ੍ਹਾਂ ਸ਼ੇਖ ਬ੍ਰਹਮ ਜੀ ਜਿਹੜਾ ਸਾਰਿਆਂ ਦੇ ਅੱਗੇ ਨਿਵਣਾ ਹੈ ਨਾ, ਗਰੀਬੀ ਰੱਖਣੀ ਹੈ, ਨਿਵ ਕੇ ਰਹਿਣਾ, ਨਿਵੈ ਸੋ ਗੌਰਾ ਹੋਏ, ਇਹ ਜਿਹੜਾ ਨਿਵ ਕੇ ਰਹਿਣਾ, ਇਹ ਅੱਖਰ ਧਾਰਨ ਕਰਨਾ ਕਰੇ, ਇਹ ਜੰਤਰ ਹੈ। ਅੱਖਰ ਇਹ ਜੰਤਰ ਹੈ, ਇਹ ਤਵੀਤ ਹੈ, ਇਹ ਧਾਗਾ ਹੈ। ਖਵਣ ਗੁਣ, ਜਿਹੜੀ ਸਾਰਿਆਂ ਦੇ ਬੋਲ ਕੋ ਬੋਲ ਸਹਾਰਨੇ ਹੈ, ਖਿਮਾ ਰੱਖਣੀ ਹੈ, ਸਹਾਰਨ ਸ਼ਕਤੀ ਰੱਖਣੀ ਹੈ, ਇਹ ਗੁਣ ਧਾਗਾ ਟੂਣਾ ਹੈ। ਜਿਹਬਾ ਮਣੀਆ ਮੰਤਾ। ਜਾਂ ਖਵਣ ਗੁਣ ਵੀ ਜਿਹੜਾ ਸਭ ਦੇ ਬੋਲ ਕੋ ਬੋਲ ਸੁਧਾਰਨੇ ਆ, ਇਹ ਗੁਣ ਕਹੀਏ ਤੰਤਰ ਹੈ। ਜਿਹਬਾ ਮਣੀਆ ਮੰਤਾ। ਜਿਹੜਾ ਜਿਹਬਾ ਰਸਨਾ ਦੇ ਨਾਲ ਹਰ ਵੇਲੇ
ਉਹ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਹਿਣਾ। ਇਹ ਸ਼੍ਰੋਮਣੀ ਮੰਤਰ ਹੈ ਜਪਣਾ। ਏ ਤ੍ਰੈ ਭੈਣਾਂ ਏ ਤ੍ਰੈ ਭੈਣੇ ਵੇਸ ਕਰ। ਇਹ ਫਰੀ ਸ਼ੇਖ ਬ੍ਰਹਮ ਭੈਣੇ ਇਹ ਤੂੰ ਤਿੰਨ ਵੇਸ ਕਰ। ਜਾਂ ਫਰੀਦ ਸਾਹਿਬ ਇਹ ਤਿੰਨ ਭੈਣੇ ਤਿੰਨੇ ਵੇਸ ਕਰ ਜਿਹੜੇ ਉੱਪਰ ਦੱਸੇ ਆ। ਤਾ ਵਸ ਆਵਈ ਕੰਤ। ਤਾਂ ਉਹ ਜੋ ਖੁਦਾ ਮਾਲਕ ਪਤੀ ਹੈ ਉਹ ਵਸ ਆ ਜਾਏਗਾ। ਉਸ ਦੇ ਆਨੰਦ ਨੂੰ ਤੂੰ ਮਾਣ ਲਏਂਗੀ, ਸੁੱਖ ਨੂੰ ਭੋਗ ਲਏਂਗੀ, ਉਹਦੀ ਸੇਜਾ ਮਾਣ ਲਏਂਗੀ। ਉਹ ਵਸ ਆ ਜਾਂਦਾ ਇਹਨਾਂ ਗੁਣਾਂ ਨਾਲ। ਚੌਪਈ ਸੁਣਹੁ ਸੇਖ ਨਿਵਣ ਸਭ ਆਗੇ। ਗੁਰੂ ਸਾਹਿਬ ਜੀ ਦਾ ਅਰਥ ਕਰਕੇ ਸੁਣਾ ਰਹੇ ਸ਼ੇਖ ਬ੍ਰਹਮ ਜੀ। ਸੁਣੋ ਜਿਹੜਾ ਸਾਰਿਆਂ ਦੇ ਅੱਗੇ ਨਿਮਣਾ ਨਿਉ ਕੇ ਰਹਿਣਾ ਹੈ। ਅੱਖਰ ਇਹ ਸਭ ਮਾਰਗ ਲਾਗੇ। ਜਿਹੜਾ ਚੰਗੇ ਮਾਰਗ ਵਿੱਚ ਲੱਗ ਜਾਣਾ ਇਹ ਵੀ ਅੱਖਰ ਹੈ। ਇਹ ਜੰਤਰ ਹੈ ਮਹਾਨ ਵੱਡਾ। ਪਰਮੇਸ਼ਰ ਦੁਖ ਸੁਖ ਜੋ ਦੇਵੈ। ਫਿਰ ਜੋ ਪਰਮੇਸ਼ਰ ਖੁਦਾ ਜੋ ਵੀ ਜ਼ਿੰਦਗੀ ਸਰੀਰ ਵਿੱਚ ਰਹਿੰਦਿਆਂ ਸੁੱਖ ਦੁੱਖ ਦੇਵੇ। ਇਹ ਗੁਣ ਲਖੋ ਦੋ ਸਮਖੇਵੈ। ਤੇ ਜਿਹੜਾ ਦੋਵਾਂ ਦੁੱਖ ਸੁੱਖ ਇਹ ਦੋਵਾਂ ਸਮਿਆਂ ਵਿੱਚ ਹੀ ਦੁੱਖ ਸੁੱਖ ਨੂੰ ਖਿੜੇ ਮੱਥੇ ਪਰਮੇਸ਼ਰ ਦਾ ਭਾਣਾ ਮੰਨ ਕੇ ਸਹਾਰੇ। ਇਹ ਜਾਣ ਲਓ ਵੀ ਇਹ ਗੁਣ ਹੈ, ਇਹ ਧਾਗਾ ਟੂਣਾ ਹੈ। ਰਸਨਾ ਸਿਫਤ ਬਿਖਾ ਕਰਤਾਰਾ। ਜਿਹੜਾ ਪਰਮੇਸ਼ਰ ਦੀ ਸਿਫਤ ਵਿੱਚ ਕਰਤਾਰ ਵਾਹਿਗੁਰੂ ਦੀ ਜਿਹੜੀ ਸਿਫਤ ਸਲਾਹਣਾ ਕਰਨੀ ਹੈ ਰਸਨਾ ਨਾਲ। ਮਣੀਆਂ ਮੰਤ ਜਾਣੀਏ ਚਾਰਾ। ਇਹ ਜਿਹੜਾ ਸ਼੍ਰੋਮਣੀ ਮੰਤਰ ਜਾਣੀਏ ਸੁੰਦਰ ਸੋਹਣਾ। ਇਸ ਬਿਦ ਕਰ ਹੋਏ ਵਸ ਕੰਤਾ। ਇਸ ਤਰ੍ਹਾਂ ਜੇ ਕਰੀਏ ਤਾਂ ਸ਼ੇਖ ਬ੍ਰਹਮ ਜੀ ਉਹ ਵਸ ਕੰਤ ਪਰਮਾਤਮਾ ਵਸ ਹੋ ਜਾਂਦਾ ਹੈ। ਬਾਹਰੋਂ ਨਦਰ ਧਰੈ ਭਗਵੰਤਾ। ਫਿਰ ਭਗਵੰਤ ਪਰਮੇਸ਼ਰ ਨਦਰ ਕਰਦਾ, ਮਿਹਰ ਭਰੀ ਨਜ਼ਰ ਧਾਰਦਾ ਰੱਖਦਾ ਹੈ। ਕਹਾ ਸੇਖ ਕਰ ਕਾ ਸੋ ਨਿਬੇਰਾ। ਸ਼ੇਖ ਬ੍ਰਹਮ ਜੀ ਕਹਿਣ ਲੱਗੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜੋ ਆਪ ਜੀ ਨੇ ਪਹਿਲਾਂ ਸਾਰੇ ਬਚਨ ਕੀਤੇ ਉਹ ਬਚਨ ਕਰਕੇ ਸਾਰੇ ਝਗੜਿਆਂ ਦਾ ਨਿਬੇੜਾ ਕਰ ਦਿੱਤਾ ਸੀ। ਬਾਹਰ ਲਾਇਓ ਸਗਰੋ ਚੇਰਾ। ਫਿਰ ਤੁਸਾਂ ਨੇ ਹੁਣ ਆਹ ਬਚਨ ਕਰਕੇ ਵੀ ਫਿਰ ਉਹ ਨਦਰ ਧਾਰਦਾ ਹੈ। ਜੇ ਇਸ ਤਰ੍ਹਾਂ ਕਰੀਏ ਤਾਂ ਇਹ ਮਹਾਰਾਜ ਫਿਰ ਤੁਸਾਂ ਨੇ ਸਾਰਾ ਝਗੜਾ ਹੀ ਰਲਾ ਦਿੱਤਾ ਹੈ। ਸਮਝ ਨਹੀਂ ਪਈ ਗੱਲ ਦੀ। ਸੇਵਾ ਤੇ ਹੈ ਨਦਰ ਅਪੇਵਾ। ਇਹ ਤੁਸੀਂ ਦੱਸੋ ਵੀ ਜਿਹੜਾ ਭੇਦ ਤੋਂ ਰਹਿਤ ਪਰਮੇਸ਼ਰ ਖੁਦਾ ਹੈ ਤੇ ਉਹ ਸੇਵਾ ਕਰਨੇ ਕਰਕੇ ਉਹਦੀ ਨਜ਼ਰ ਹੁੰਦੀ ਹੈ। ਕਿਦੋਂ ਨਦਰ ਤੇ ਹੋਵੇ ਸੇਵਾ। ਜਾਂ ਫਿਰ ਵੀ ਉਹਦੀ ਮਿਹਰ ਦੇ ਨਾਲ ਮਿਹਰ ਤੋਂ ਜਿਹੜੀ ਸੇਵਾ ਹੁੰਦੀ ਹੈ ਵੀ ਪਹਿਲਾਂ ਉਹਦੀ ਸੇਵਾ ਦੇ ਕਰਕੇ ਨਦਰ ਹੁੰਦੀ ਹੈ ਕਿ ਜਾਂ ਵੀ ਨਦਰ ਨਾਲ ਉਹਦੀ ਸੇਵਾ ਹੁੰਦੀ ਹੈ। ਇਹ ਨਿਰਣਾ ਕਰ ਮੋਹਿ ਬਤਾਵਹੁ। ਇਹ ਜਿਹੜਾ ਨਿਰਣਾ ਹੈ ਗੁਰੂ ਸਾਹਿਬ ਜੀ ਮੈਨੂੰ ਕਰਕੇ ਦੱਸੋ। ਹਿਰਦੇ ਤੇ ਸਭ ਭਰਮ ਮਿਟਾਵਹੁ। ਇਹ ਦੱਸ ਕੇ ਵੀ ਸੇਵਾ ਨਾਲ ਇਹ ਹੁੰਦੀ ਹੈ ਉਹਦੀ ਪ੍ਰਭੂ ਦੀ ਨਜ਼ਰ ਕਿ ਜਾਂ ਵੀ ਨਦਰ ਨਾਲ ਉਹਦੀ ਮਿਹਰ ਨਾਲ ਜਿਹੜੀ ਸੇਵਾ ਹੁੰਦੀ ਹੈ। ਇਹ ਮਹਾਰਾਜ ਦੱਸ ਕੇ ਮੇਰੇ ਹਿਰਦੇ ਦਾ ਸਾਰਾ ਇਹ ਭਰਮ ਮਿਟਾ ਦਿਓ ਜੀ। ਸੇਖ ਬਚਨ ਕੋ ਸੁਨ ਜਗਨਾਥਾ। ਜਗਤ ਦੇ ਮਾਲਕ ਸਤਿਗੁਰੂ ਜੀ ਸ਼ੇਖ ਬ੍ਰਹਮ ਜੀ ਤੋਂ ਇਹ ਬਚਨ ਸੁਣ ਕੇ ਕਹਿਓ ਸਲੋਕ ਬਾਹਰ ਤਿਨ ਸਾਥਾ। ਇਹ ਜਿਹੜਾ ਸਲੋਕ ਹੈ ਸ਼ੇਖ ਬ੍ਰਹਮ ਜੀ ਨਾਲ ਕਥਨ ਕਰਕੇ ਕਹਿਆ। ਸਲੋਕ ਸੇਵਾ ਕਰੇ ਜੋ ਕੰਤ ਕੀ। ਸ਼ੇਖ ਬ੍ਰਹਮ ਜੀ ਜਿਹੜਾ ਕੰਤ ਪਤੀ ਪਰਮਾਤਮਾ ਪਰਮੇਸ਼ਰ ਜਿਹੜਾ ਉਹਦੀ ਸੇਵਾ ਕਰੇ। ਕੰਤ ਤਸੀ ਕਾ ਹੋਏ। ਉਹ ਪਰਮਾਤਮਾ ਕੰਤ ਮਾਲਕ ਪਤੀ ਉਸੇ ਦਾ ਹੀ ਹੋ ਜਾਂਦਾ ਹੈ। ਸੇਵਾ ਹੀ ਮਹਾਨ ਹੈ ਉਹਦੀ। ਗਰਬੀ ਕੰਤ ਨਾ ਪਾਈਐ। ਇੱਕ ਗੱਲ ਪੱਕੀ ਯਾਦ ਰੱਖਣ ਯੋਗ ਹੈ ਵੀ ਹੰਕਾਰ ਨਹੀਂ ਚਾਹੀਦਾ ਹੈ। ਕਿਉਂਕਿ ਜੇ ਹੰਕਾਰ ਹੋਇਆ ਤੇ ਸੇਵਾ ਨਹੀਂ ਹੋ ਸਕਦੀ ਹੈ। ਹਉਮੈ ਵਿੱਚ ਸੇਵਾ ਨਾ ਹੋਵਈ। ਅਤੇ ਜਦੋਂ ਹੰਕਾਰ ਹੋਇਆ ਤੇ ਸੇਵਾ ਨਹੀਂ ਹੋ ਸਕੇਗੀ। ਸੇਵਾ ਤੇ ਜਦੋਂ ਸੇਵਾ ਨੇ ਕੀਤੀ ਉਹ ਪਤੀ ਨਹੀਂ ਪਾਇਆ ਜਾਏਗਾ। ਜਾਂ ਵੀ ਇਸੇ ਤਰ੍ਹਾਂ ਜੇ ਸੇਵਾ ਹੰਕਾਰ ਨਾਲ ਕੀਤੀ ਤੇ ਤਾਂ ਵੀ ਨਹੀਂ ਉਹ ਪਤੀ ਪਾਇਆ ਜਾਏਗਾ। ਇਸ ਕਰਕੇ ਜਦੋਂ ਸੇਵਾ ਕਰਨੀ ਤਾਂ ਹੰਕਾਰ ਨਹੀਂ ਚਾਹੀਦਾ।
ਕਿਉਂਕਿ ਅਸੀਂ ਦੱਸ ਰਹੇ ਹਾਂ ਸ਼ੇਖ ਬ੍ਰਹਮ ਜੀ, ਗਰਭੇ ਕੰਤ ਨਾ ਪਾਈਐ। ਉਹ ਹੰਕਾਰ ਨਾਲ ਕੰਤਪਤੀ ਨੂੰ ਨਹੀਂ ਪਾਈਦਾ, ਪਰਮਾਤਮਾ ਨੂੰ। ਭਾਵੈ ਖਰੀ ਸਵਾਲਿਓ ਹੋਏ। ਭਾਵੇਂ ਉਹ ਜੀਵ ਰੂਪੀ ਇਸਤਰੀ ਕਿੰਨੀ ਚੰਗੀ ਸੁੰਦਰ ਵੀ ਹੋਵੇ, ਬਾਹਰ ਬੜਾ ਦਾ ਠਾਠ ਬਾਠ ਹੋਵੇ, ਬੜਾ ਭੇਖ ਧਾਰਿਆ ਹੋਵੇ ਉਹਨੇ, ਤੇ ਭਾਵੇਂ ਉਹ ਨੈਣ ਨਕਸ਼ਾਂ ਕਰਕੇ ਬੜੀ ਸੋਹਣੀ ਹੋਵੇ, ਸੁਨੱਖੀ ਹੋਵੇ ਜੀਵ ਰੂਪੀ ਇਸਤਰੀ, ਪਰ ਜੇ ਉਹਦੇ ਅੰਦਰ ਹੰਕਾਰ ਹੈ ਉਹ ਪਾ ਨਹੀਂ ਸਕਦੀ। ਹਰ ਜੀਓ ਅਹੰਕਾਰ ਨਾ ਭਾਵਈ। ਚੌਪਈ ਸੁਨਹੁ ਸੇਖ ਨਿਸ਼ਚੈ ਮਨ ਜਾਨਹੁ। ਸੁਣੋ ਸੇਖ ਬ੍ਰਹਮ ਜੀ, ਨਿਸ਼ਚੇ ਕਰਕੇ ਮਨ ਵਿੱਚ ਜਾਣੋ ਸਾਡਾ ਬਚਨ। ਸੇਵਾ ਮੂਲ ਸਬਨ ਕੀ ਮਾਨਹੁ। ਸਾਰੇ ਸਾਧਨਾ ਦੀ ਜਿਹੜੀ ਹੈ ਮੂਲ ਹੈ, ਸਾਰੇ ਸਾਧਨਾ ਦਾ ਮੁੱਢ ਸੇਵਾ ਨਹੀਂ ਜਾਣ ਲਓ। ਗੁਰ ਸੇਵਾ ਤਪਾਂ ਸਿਰ ਤਪਸਾਰ। ਕਾਲ ਹੈ ਕਾਲ ਹਾਨ ਕਰ ਗਰਬਾ। ਜਿਹੜੀ ਜੀਵ ਰੂਪੀ ਇਸਤਰੀ ਹੰਕਾਰ ਨੂੰ ਨਾਸ ਕਰਕੇ, ਪਹਿਲਾਂ ਹੰਕਾਰ ਨੂੰ ਖਤਮ ਕਰਕੇ, ਘਾਲ ਕਹੀਏ ਸੇਵਾ ਦੀ ਘਾਲ ਕਮਾਈ ਕਰਦੀ ਘਾਲਦੀ ਹੈ। ਤਨ ਮਨ ਕਰਹਿ ਨਿਵੇਦਨ ਸਰਬਾ। ਸਾਰਾ ਜਿਹੜਾ ਆਪਣਾ ਸੌਂਪ ਦਿੰਦਾ ਉਸ ਗੁਰੂ ਨੂੰ, ਤਨ ਵੀ ਮਨ ਵੀ, ਇਹ ਨਿਵੇਦਨ ਕਰਦੇ ਉਹ ਗੁਰੂ ਨੂੰ, ਆਪਣੇ ਪਤੀ ਪਰਮਾਤਮਾ ਨੂੰ ਸੌਂਪ ਦੇਵੇ। ਇਹ ਨਾ ਆਖੇ ਮੇਰਾ ਸਰੀਰ ਨਹੀਂ ਠੀਕ, ਮੈਂ ਨਹੀਂ ਅੱਜ ਕਰ ਸਕਦਾ। ਇਹ ਨਾ ਆਖੇ ਮੇਰਾ ਅੱਜ ਮਨ ਨਹੀਂ ਕਰਦਾ। ਤਨ ਤੇ ਮਨ, ਤਨ ਮਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਐਵੇਂ ਹੁਕਮ ਮੰਨੀਏ ਪਰਮੇਸ਼ਰ ਦਾ, ਤਨ ਮਨ ਸੌਂਪ ਕੇ। ਸ਼ੇਖ ਬ੍ਰਹਮ ਜੀ, ਇਹ ਤਨ ਮਨ ਇਹ ਉਸ ਪਤੀ ਪਰਮਾਤਮਾ ਨੂੰ ਹੀ ਸੌਂਪ ਦੇਵੇ ਜੀਵ ਰੂਪੀ ਇਸਤਰੀ। ਤਬ ਹੀ ਨਦਰ ਪਰਮੇਸ਼ਵਰ ਹੋਏ। ਜਦੋਂ ਤਨ ਮਨ ਸੌਂਪ ਕੇ ਉਹਦੀ ਸੇਵਾ ਕਰਦੀ ਹੈ, ਹੁਕਮ ਪਾਉਂਦੀ ਹੈ ਉਹ ਖੁਦਾ ਦਾ, ਪਰਮੇਸ਼ਰ ਦਾ, ਤਾਂ ਉਹਦੀ ਨਦਰ ਮੇਰ ਹੁੰਦੀ ਹੈ। ਮਹਿਲ ਹਦੂਰ ਬੁਲਾਈਐ ਸੋਏ। ਮਹਿਲ ਕਹੀਏ ਜਿਹੜੀ ਜੀਵ ਰੂਪੀ ਇਸਤਰੀ ਹੈ, ਸੋਏ ਉਹ ਪਤੀ ਪਰਮਾਤਮਾ ਫਿਰ ਉਹਨੂੰ ਆਪਣੇ ਮਹਿਲ ਬੁਲਾ ਲੈਂਦਾ। ਮਹਿਲੇ ਮਹਿਲ ਬੁਲਾਵਣਿਆ ਸੱਚਖੰਡ ਵਿੱਚ ਹੀ ਬੁਲਾ ਲੈਂਦਾ, ਕੋਲ ਹੀ। ਗਰਭ ਕਰਹਿ ਜੋ ਸੇਵਹਿ ਨਾਹੀ। ਆ ਜਿਹੜੀ ਇਸਤਰੀ ਜੀਵ ਰੂਪੀ ਇਸਤਰੀ ਜਗਿਆਸੂ ਸਿੱਖ ਦਰਵੇਸ਼ ਫਕੀਰ ਬਣਿਆ ਫਿਰੇ ਤੇ ਹੰਕਾਰ ਕਰੇ ਤੇ ਸੇਵਾ ਨਾ ਕਰੇ। ਸੁੰਦਰ ਬਹੁ ਸਰੂਪ ਤਨ ਆਹੀ। ਤੇ ਜਾਂ ਐਵੇਂ ਵੀ ਗਰਭ ਕਰੇ ਜੋ ਸੇਵਹਿ ਨਾਹੀ, ਵੀ ਜੋ ਗਰਭ ਕਰਦੀ ਉਹ ਸੇਵਾ ਨਹੀਂ ਕਰਦੀ, ਉਹਦੇ ਹੰਕਾਰ ਹੀ ਜਣਾਉਣ ਆਉਂਦੀ ਹੈ। ਸੁੰਦਰ ਬਹੁ ਸਰੂਪ ਤਨ ਆਹੀ, ਉਹਦਾ ਜਿਹੜਾ ਸਰੀਰ ਹੈ ਉਹ ਬੜਾ ਸੋਹਣਾ ਸਰੂਪ ਹੋਏ ਸਰੀਰ ਦਾ, ਨੈਣ ਨਕਸ਼ ਵੀ ਸੋਹਣੇ ਹੋਣ, ਉਹਦੇ ਵਿੱਚ ਬਹੁਤੇ ਗੁਣ ਹੋਣ, ਭਾਵੇਂ ਤਿਹ ਸਮੀਪ ਕੰਤ ਨਹੀਂ ਆਵਹਿ। ਕਿਉਂਕਿ ਗੁਣ ਵੀ ਹੋਣ ਤਾਂ ਵੀ ਨਹੀਂ ਪਰਮਾਤਮਾ ਨੂੰ ਭਾਉਂਦੀ ਉਹ ਜੀਵ ਰੂਪੀ ਇਸਤਰੀ। ਉਹ ਸੋਹਣੇ ਰੂਪ ਵਾਲੀ, ਸੋਹਣੇ ਭੇਖ ਵਾਲੀ ਵੀ ਨਹੀਂ ਭਾਉਂਦੀ ਉਹਨੂੰ। ਜਿਹੜੇ ਪਰਮੇਸ਼ਰ ਨੂੰ ਨਹੀਂ ਨਾ ਜਪਦੇ, ਉਹ 32 ਗੁਣ ਵੀ ਹੋਣ ਤਾਂ ਵੀ ਨਹੀਂ ਕੁਝ ਲੈ ਸਕਦੇ। ਆ ਜੀਜੂ ਕੀਤਾ ਵੀ ਕਿਸੇ ਕੰਮ ਨਹੀਂ ਆਉਣਾ ਜੇ ਪਰਮਾਤਮਾ ਨੂੰ ਨਹੀਂ ਧਿਆਇਆ। ਤੇ ਇਹ ਸਭ ਤੋਂ ਪਹਿਲਾਂ ਗੁਰੂ ਪਰਮਾਤਮਾ ਦੀ ਸੇਵਾ ਹੈ। ਜਿਨ੍ਹਾਂ ਅੰਦਰ ਹੰਕਾਰ ਨਹੀਂ ਹੈ, ਜੇ ਆਪਣੇ ਸਰੀਰ ਦਾ ਮਾਣ ਨਹੀਂ ਹੈ, ਮਨ ਦਾ ਮਾਣ ਨਹੀਂ ਹੈ, ਇਹ ਛੱਡ ਕੇ ਸੇਵਾ ਕੀਤੀ ਉਹ ਪ੍ਰਾਪਤੀ ਕਰਦੀਆਂ। ਅਤੇ ਜਿਹੜੀਆਂ ਉਹ ਹੰਕਾਰ ਕਰਦੀਆਂ ਅਤੇ ਸੇਵਾ ਨਹੀਂ ਕਰਦੀਆਂ, ਰੂਹਾਂ ਅਤੇ ਸਰੀਰ ਭਾਵੇਂ ਉਹਨਾਂ ਦੇ ਬੜੇ ਸੋਹਣੇ ਹੈ, ਗੁਣ ਬੜੇ ਉਹਨਾਂ ਵਿੱਚ, ਅਤੇ ਵਿਦਵਾਨ ਬੜੀਆਂ ਤਗੜੀਆਂ ਰੂਹਾਂ ਹੈ ਉਹ ਭਾਵੇਂ, ਅਤੇ ਇਹ ਸਮੀਪ ਕੰਤ ਨਹੀਂ ਆਵੇ, ਉਹਨਾਂ ਦੇ ਕੋਲ ਕੰਤਪਤੀ ਪਰਮਾਤਮਾ ਨਹੀਂ ਆਉਂਦਾ। ਗਰਭ ਯੁਗਤ ਨਹ ਤਿਹ ਕੋ ਭਾਵਹਿ। ਕਿਉਂਕਿ ਹੰਕਾਰ ਦੇ ਸਹਿਤ ਸੇਵਾ ਕੀਤੀ ਹੋਈ ਉਹ ਪਰਮਾਤਮਾ ਨੂੰ ਭਾਉਂਦੀ ਨਹੀਂ ਹੈ, ਚੰਗੀ ਨਹੀਂ ਲੱਗਦੀ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇਂ। 4 ਵੇਦ ਗਿਆਨਮਈ ਧਰਮ ਗ੍ਰੰਥ ਵੀ ਕਹਿੰਦੇ ਭਾਈ ਪਰਮਾਤਮਾ ਨੂੰ ਹੰਕਾਰ ਨਹੀਂ ਜੇ ਭਾਉਂਦਾ ਨਾ ਹੀ ਕਰੋ। ਛੁੱਟੜ ਮਹਿਲਾ ਹੋਇ ਸੋ ਦੁਹਾਗਣ। ਉਹ ਐਸੀ ਇਸਤਰੀ ਤੇ ਛੁੱਟੜ ਹੋ ਜਾਂਦੀ ਹੈ, ਉਹ ਇਸਤਰੀ ਜਿਸ ਕਰਕੇ ਦੁਹਾਗਣ ਹੋ ਜਾਂਦੀ ਹੈ। ਦੋਵੇਂ ਪਾਸੇ ਫਿਰਨ ਵਾਲੀ ਛੁੱਟੜ ਮਹਿਲਾ। ਨਿਰਹੰਕਾਰ ਸਦੀਵ ਸੁਹਾਗਣ। ਜਿਹੜੀ ਹੰਕਾਰ ਤੋਂ ਰਹਿਤ ਹੈ ਉਹਦੇ ਸਦਾ ਹੀ ਸੁਹਾਗਣ ਰਹਿੰਦੀ ਹੈ, ਉਹਦਾ ਪਤੀ ਪਰਮਾਤਮਾ ਕਦੀ ਮਰਦਾ ਹੀ ਨਹੀਂ ਹੈ। ਦੋਹਰਾ
सेवा थे साहिब बसे। ਸ਼ੇਖ ਬ੍ਰਹਮ ਜੀ ਉਹ ਸੇਵਾ ਕਰਨੇ ਕਰਕੇ ਸਾਹਿਬ ਮਾਲਕ ਪਤੀ ਵਸਦਾ ਹਿਰਦੇ ਵਿੱਚ। ਦੇਖਿਆ ਕਰਨਾ ਡੀਠਾ, ਉਹ ਮਿਹਰ ਵਿੱਚ ਆ ਕੇ ਕਿਰਪਾ ਦੀ ਨਜ਼ਰ ਨਾਲ ਫਿਰ ਦੇਖਦਾ ਉਸ ਰੂਹ ਨੂੰ। ਸੁਖ ਸੁਹਾਗ ਮਾਣਹ ਸਦਾ, ਉਹ ਜੀਵ ਰੂਪੀ ਇਸਤਰੀ ਹਮੇਸ਼ਾ ਸੁਖ ਮਾਣਦੀ ਹੈ, ਸੁਹਾਗਣ ਹੋ ਕੇ ਪਤੀ ਦਾ ਸੁਖ ਮਾਣਦੀ, ਸਦਾ ਹੀ ਸੁਹਾਗਣ ਰਹਿੰਦੀ ਹੈ। ਮਿਲਤ ਆਪਨੇ ਈਠ, ਤੇ ਆਪਣੇ ਪਿਆਰੇ ਨੂੰ ਮਿਲਦੀ ਹੈ। ਚੌਪਈ ਸੁਨੇ ਬਚਨ ਸ੍ਰੀ ਗੁਰ ਕੇ ਜਬਹੀ। ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਹੀ ਬਚਨ ਸੁਣੇ ਸ਼ੇਖ ਬ੍ਰਹਮ ਪੀਰ ਨੇ, ਕਰ ਦਵੈ ਪਦ ਪਰ ਲਾਏ ਤਬਹੀ। ਤਦੋਂ ਹੀ ਆਪਣੇ ਦੋਵੇਂ ਹੱਥ ਸਤਿਗੁਰ ਜੀ ਦੇ ਚਰਨਾਂ ਉੱਪਰ ਲਾਏ ਹੈ, ਬੜੀ ਸ਼ਰਧਾ ਭਾਵਨਾ ਨਾਲ। ਪਨ ਸਿਰ ਮਸਤਕ ਮੁਖ ਪਰ ਫੇਰੇ, ਇਹ ਜਿਹੜਾ ਉਹ ਹੱਥ ਦੋਵੇਂ ਸਤਿਗੁਰ ਜੀ ਦੇ ਚਰਨਾਂ ਦੇ ਲਾ ਕੇ ਆਪਣੇ ਸੀਸ ਤੇ ਮੱਥੇ ਤੇ ਮੁਖ ਪਰ ਫੇਰੇ ਐ ਲਾਏ ਐ। ਧਨ ਭਾਗ ਆਪਣੇ ਵਡਹੇਰੇ, ਸ਼ੇਖ ਬ੍ਰਹਮ ਜੀ ਨੇ ਆਪਣੇ ਵੱਡੇ ਧਨ ਭਾਗੇ ਦੇਖੇ ਐ, ਜਾਣੇ ਆ ਵੀ ਮੇਰੇ ਤੇ ਬੜੇ ਚੰਗੇ ਭਾਗ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਮਿਲੀ ਹੈ। ਮਿਲਿਓ ਖੁਦਾਏ ਨਾ ਸੰਸਾ ਕੋਈ। ਫਿਰ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਮੈਨੂੰ ਕੋਈ ਸੰਸਾ ਨਹੀਂ, ਮੈਨੂੰ ਤੇ ਖੁਦਾ ਹੀ ਮਿਲਿਆ ਹੈ ਆਪ ਆ ਕੇ। ਬੋਲਿਓ ਬਹੁਤ ਖਤਾ ਮਰ ਹੋਈ, ਹੱਥ ਜੋੜ ਕੇ ਬੋਲਿਆ ਮਹਾਰਾਜ ਮੇਰੇ ਕੋ ਬੜੀ ਭੁੱਲ ਗਲਤੀ ਗੁਨਾਹ ਖਤਾ ਹੋ ਗਈ ਹੈ, ਬਖਸ਼ੋ ਅਬ ਕਰੁਣਾ ਕਰ ਸੋ। ਕਿਰਪਾ ਕਰਕੇ ਦਇਆ ਮਿਹਰ ਤਰਸ ਕਰਕੇ ਮਹਾਰਾਜ ਮੇਰੀ ਭੁੱਲ ਗਲਤੀ ਬਖਸ਼ੋ ਜੀ। ਤੁਮ ਤੇ ਉਪਰ ਅਪਰ ਨਾ ਕੋ, ਕਿਉਂਕਿ ਮੈਂ ਜਾਣਿਆ ਤੁਹਾਡੇ ਤੋਂ ਉੱਪਰ ਕੋਈ ਨਹੀਂ ਹੈ, ਭਾਵ ਖੁਦਾ ਦੇ ਉੱਪਰ ਕੋਈ ਹੈ ਨਹੀਂ, ਤਾਂ ਖੁਦਾ ਤੁਸੀਂ ਆਪ ਹੀ ਹੋ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਆ ਤੁਸੀਂ ਉੱਚਾ ਤੋਂ ਉੱਚੇ, ਤੁਹਾਡਾ ਨਾਮ ਵੀ ਬੜਾ ਉੱਚਾ ਹੀ ਹੈ ਜੀ। ਸਨਮੁਖ ਉਚਰੇ ਬਚਨ ਕਨੇਰੇ, ਐਵੇਂ ਸਤਿਗੁਰ ਜੀ ਦੇ ਸਨਮੁਖ ਹੋ ਕੇ ਬਹੁਤ ਬਚਨ ਸ਼ਰਧਾ ਭਾਵਨਾ ਦੇ ਕਹੇ ਆ ਪੀਰ ਨੇ। ਆਪ ਮੁਝ ਜਾਨੋ ਸਾਮਨੇ ਚੇਰੇ, ਕਹਿਣ ਲੱਗਾ ਮਹਾਰਾਜ ਮੈਨੂੰ ਹੁਣ ਆਪਣੇ ਚੇਲੇ ਸਮਾਨ ਜਾਣ ਲਓ, ਮੈਂ ਕੋਈ ਪੀਰ ਨਹੀਂ, ਤੁਹਾਡਾ ਸਿੱਖ ਸੇਵਕ ਮਰੀਦ ਹੋ ਗਿਆ ਹਾਂ ਜੀ। ਸੇਖ ਨਿਕਟ ਤੇ ਸੁਨ ਕਰ ਬਾਣੀ, ਐਵੇਂ ਸ਼ੇਖ ਬ੍ਰਹਮ ਜੀ ਕੋਲੋਂ ਸੁਣ ਕੇ ਸਤਿਗੁਰੂ ਜੀ ਬਾਣੀ ਬਚਨ। ਇੱਕ ਸ਼ਲੋਕ ਉਚਰਿਓ ਗੁਣ ਖਾਨੀ, ਇੱਕ ਸ਼ਲੋਕ ਗੁਰੂ ਸਾਹਿਬ ਜੋ ਗੁਣਾ ਦੀ ਖਾਨ ਹੈ ਮਾਂ ਨੇ ਉਚਾਰਨ ਕੀਤਾ ਕਿ ਸ਼ੇਖ ਬ੍ਰਹਮ ਜੀ ਸਾਡੀ ਤੁਹਾਡੇ ਨਾਲ ਕੋਈ ਨਾਰਾਜ਼ੀ ਥੋੜ੍ਹੀ ਹੈ, ਅਸੀਂ ਕੋਈ ਗੁੱਸਾ ਥੋੜ੍ਹੀ ਕੀਤਾ ਵੀ ਤੁਸੀਂ ਸਾਨੂੰ ਪੁੱਛਦੇ ਹੋ, ਕੋਈ ਗੱਲ ਨਹੀਂ। ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਰੱਬ ਦੀਆਂ ਗੱਲਾਂ ਪੁੱਛਦੇ ਹੁੰਦੇ ਹੈ। ਜੇ ਤੁਸੀਂ ਪੁੱਛਿਆ ਹੈ ਨਾ ਤਾਂ ਸਾਨੂੰ ਕੋਈ ਨਾਰਾਜ਼ੀ ਨਹੀਂ ਹੈ, ਸਾਡੀ ਤੁਹਾਡੇ ਨਾਲ ਸਗੋਂ ਪ੍ਰੀਤ ਦੂਣੀ ਵੱਧ ਗਈ ਹੈ, ਸਾਡੀ ਤੁਹਾਡੇ ਨਾਲ ਬਹੁਤ ਪ੍ਰੀਤੀ ਵੱਧ ਗਈ, ਬੜਾ ਪ੍ਰੇਮ ਹੈ ਤੁਹਾਡੇ ਨਾਲ ਸਾਡਾ, ਤੇ ਤੁਹਾਡੇ ਨਾਲ ਇਵੇਂ ਪ੍ਰੇਮ ਹੈ ਅਸੀਂ ਤੁਹਾਨੂੰ ਦੱਸਦੇ ਹਾਂ, ਸੁਣੋ ਜੀ। ਸ਼ਲੋਕ ਮਹੱਲਾ ਪਹਿਲਾ, ਰੂਪ ਕਾਮ ਦੋਸਤੀ। ਮਹਾਰਾਜ ਕਹਿਣ ਲੱਗੇ ਸ਼ੇਖ ਬ੍ਰਹਮ ਜੀ ਜਿਹੜਾ ਕਾਮੀ ਪੁਰਸ਼ ਹੁੰਦਾ ਨਾ ਉਹਦੀ ਰੂਪ ਨਾਲ ਦੋਸਤੀ ਹੁੰਦੀ ਹੈ। ਉਹ ਜਦੋਂ ਕਾਮੀ ਪੁਰਸ਼ ਨੇ ਸੁੰਦਰ ਰੂਪ ਵੇਖ ਲਿਆ ਉਹਦੀ ਉੱਥੇ ਦੋਸਤੀ ਹੋ ਜਾਂਦੀ, ਉਹਨੂੰ ਖੁਸ਼ੀ ਹੋ ਜਾਂਦੀ ਹੈ। ਕਾਮੀ ਪੁਰਖ ਕਾਮਨੀ ਪਿਆਰੀ, ਭਗਤ ਨਾਮਦੇਵ ਜੀ ਕਹਿੰਦੇ। ਇਹ ਸ਼ੇਖ ਬ੍ਰਹਮ ਜੀ ਕਾਮੀ ਪੁਰਸ਼ ਦੀ ਰੂਪ ਨਾਲ ਦੋਸਤੀ ਹੁੰਦੀ, ਉਹ ਸੋਹਣਾ ਰੂਪ ਵੇਖ ਕੇ ਖੁਸ਼ ਹੋ ਜਾਂਦਾ ਹੈ। ਭੁੱਖਾ ਸਾਦਾ ਗੰਢ, ਭੁੱਖਾ ਸਾਦਾ ਗੰਢ, ਜਿਹੜਾ ਭੁੱਖਾ ਹੈ ਜੀਵ ਮਨੁੱਖ ਉਹਦੀ ਸਵਾਦ ਨਾਲ ਗੰਢ ਪ੍ਰੀਤੀ ਪ੍ਰੇਮ ਹੁੰਦਾ ਹੈ। ਭੁੱਖੇ ਨੂੰ ਜੇ ਮਿਲ ਜਾਵੇ ਨਾ ਭੋਜਨ ਸਵਾਦੀ ਤਾਂ ਉਹ ਨਹੀਂ ਕੁਝ ਵੇਂਦਾ, ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੋ ਬੋਲ। ਸਵਾਦੀ ਭੋਜਨ ਪਿਆ ਹੋਵੇ ਅਤੇ ਉਹਨੂੰ ਨਹੀਂ ਚਿੰਤਾ ਹੁੰਦੀ ਕੋਈ ਕੀ ਕਹਿ ਰਿਹਾ ਹੈ, ਜਾਂ ਵੀ ਭੁੱਖੇ ਨੂੰ ਕਿਤੇ ਸਵਾਦੀ ਭੋਜਨ ਮਿਲ ਜਾਵੇ ਅਤੇ ਉਹਦੀ ਬੜੀ ਪ੍ਰੀਤੀ ਪੈ ਜਾਂਦੀ ਭੋਜਨ ਨਾਲ, ਬੜਾ ਖੁਸ਼ ਹੋ ਕੇ ਖਾਂਦਾ, ਜਿਵੇਂ ਭੁੱਖੇ ਦੀ ਸਵਾਦ ਨਾਲ ਗੰਢ ਪ੍ਰੀਤੀ ਪ੍ਰੇਮ ਪਿਆਰ ਹੈ। ਲੱਭਾ ਮਲ ਘੁਲ ਮਿਲ ਮਿਚਲ, ਜਿਹੜਾ ਹੈ ਲੱਭੀ ਪੁਰਸ਼ ਲਾਲਚੀ, ਉਹਦੀ ਮਾਲ ਹੈ ਕਹੀਏ ਮਾਲ ਨਾਲ
ਪ੍ਰੀਤੀ ਹੈ। ਜਦੋਂ ਮਾਲ ਨੂੰ ਘੁਲ ਮਿਲ ਜਾਏ, ਘੁਲ ਕਹੀਏ ਮਿਲ ਜਾਏ, ਤਾਂ ਉਸ ਲੱਭੀ ਪੁਰਸ਼ ਮਾਲ ਨਾਲ ਰਲ ਮਿਲ ਕੇ ਮਿਚਲ ਕਹੀਏ ਮਿਲਿਆ ਰਹਿੰਦਾ ਹੈ, ਬੜਾ ਪ੍ਰੇਮ ਕਰਦਾ ਮਾਲ ਨੂੰ। ਉਗੈ ਸੌੜ ਪਲੰਗ, ਉਹ ਉਗੈ ਕਹੀਏ ਜਿਹਨੂੰ ਨੀਂਦਰਾ ਵਾਲਾ ਪੁਰਸ਼ ਹੈ, ਜਿਹਨੂੰ ਬੜੀ ਗਾੜੀ ਨੀਂਦ ਆਈ ਹੈ, ਉਹਦੀ ਦੋਸਤੀ ਕਹਿਣਾ ਹੈ ਸੌੜ ਨਾਲ। ਤੰਗ ਪਲੰਗ ਵੀ ਮਿਲ ਜਾਵੇ ਨਾ, ਤੰਗ ਮੰਜੀ, ਛੋਟੀ ਮੰਜੀ, ਅਤੇ ਉਹਦੀ ਬੜੀ ਉਹਦੇ ਨਾਲ ਪ੍ਰੀਤੀ ਹੁੰਦੀ ਨੀਂਦ ਵਾਲੇ ਦੀ, ਵੀ ਚਲੋ ਭੁੰਜੇ ਸੌਣ ਨਾਲੋਂ ਚੰਗਾ ਤੰਗ 'ਤੇ ਸੌਂ ਜੇ, ਅਤੇ ਸੌਂ ਵੀ ਝੱਟ ਹੀ ਜਾਂਦਾ ਹੁਣ। ਊਂਘੇ ਸੌੜ ਪਲੰਗ, ਜਾਂ ਸੌੜ ਦਾ ਅਰਥ ਵੀ ਵਿਛਾਈ, ਜੇ ਸੋਹਣੀ ਵਿਛਾਈ ਵਾਲਾ ਪਲੰਗ ਉਹਨੂੰ ਮਿਲ ਜਾਵੇ ਅਤੇ ਊਂਘੇ ਨੀਂਦਰਾ ਵਾਲੇ ਪੁਰਸ਼ ਦੀ ਬੜੀ ਪ੍ਰੀਤੀ ਹੁੰਦੀ ਹੈ ਵਿਛਾਈ ਵਾਲੇ ਪਲੰਗ ਨਾਲ। ਭੌਂਕੈ ਕੋਪ ਖੁਆਰ ਹੋਏ, ਇਹ ਜਿਹੜਾ ਰੂਪੈ ਕਾਮੈ ਦੋਸਤੀ, ਜਿਹੜਾ ਕਾਮੀ ਪੁਰਸ਼ ਉਹਦੀ ਰੂਪ ਨਾਲ ਦੋਸਤੀ ਹੈ, ਅਤੇ ਜੇ ਉਹਨੂੰ ਉਹ ਪ੍ਰਾਪਤ ਨਾ ਹੋਵੇ, ਉਹ ਬੜਾ ਭੌਂਕਦਾ ਹੈ। ਜਾਂ ਕਾਮੀ ਨੂੰ ਰੂਪ ਵਾਲੀ ਇਸਤਰੀ ਮਿਲ ਜਾਵੇ, ਉਹਦੇ ਨਾਲ ਵਿਸ਼ੇ ਰਲ ਮਿਲ ਕੇ ਉਹ ਜਿਹੜਾ ਹੈ ਭੋਗਦਾ ਅਤੇ ਬੜਾ ਭੌਂਕਦਾ ਹੈ ਰਲ ਮਿਲ ਕੇ। ਇਸੇ ਤਰ੍ਹਾਂ ਭੁੱਖੈ ਸਾਧੈ ਗੰਢ, ਜੇ ਭੁੱਖੇ ਨੂੰ ਭੋਜਨ ਨਾ ਮਿਲੇ ਤਾਂ ਉਹਨੂੰ ਕੋਪ ਗੁੱਸਾ ਬੜਾ ਆਉਂਦਾ ਹੈ, ਕਿਉਂਕਿ ਅੰਦਰ ਅਗਨੀ ਦਾ ਜ਼ਿਆਦਾ ਵਾਧਾ ਹੋ ਜਾਂਦਾ ਹੈ। ਭੁੱਖ ਤਾਂ ਹੀ ਲੱਗਦੀ ਅਗਨੀ ਤੱਤ ਕਰਕੇ, ਉਹ ਫਿਰ ਅੰਦਰ ਕ੍ਰੋਧ ਵੱਧ ਜਾਂਦਾ ਹੈ, ਕ੍ਰੋਧ ਦੀ ਅਗਨੀ ਵੱਧ ਜਾਂਦੀ ਹੈ। ਭੁੱਖੇ ਨੂੰ ਜੇ ਭੁੱਖੇ ਦੀ ਸਵਾਦੀ ਭੋਜਨ ਨਾਲ ਗੰਢ ਪ੍ਰੀਤੀ ਜਿਹਨੂੰ ਪ੍ਰਾਪਤ ਨਾ ਹੋਵੇ, ਉਹ ਗੁੱਸੇ ਵਿੱਚ ਬੜਾ ਆ ਜਾਂਦਾ, ਕ੍ਰੋਧੀ ਹੋ ਜਾਂਦਾ ਹੈ, ਅੱਗ ਬਰੋਲਾ ਹੋ ਜਾਂਦਾ ਹੈ। ਲੱਭੀ, ਜਿਹੜਾ ਲੱਭੈ ਮਾਲੈ ਘੁਲ ਮਿਲ ਵਿਚਲ, ਜਿਹੜਾ ਲੱਭੀ ਪੁਰਸ਼ ਲਾਲਚੀ ਹੈ, ਜੇ ਉਹਨੂੰ ਮਾਲ ਮਿਲ ਜਾਵੇ ਅਤੇ ਫਿਰ ਤਾਂ ਉਹ ਖੁਸ਼ ਹੈ, ਜੇ ਨਾ ਮਿਲੇ ਤਾਂ ਉਹ ਖੱਜਲ ਖੁਆਰ ਹੁੰਦਾ, ਭਟਕਦਾ ਫਿਰਦਾ ਇੱਧਰ ਉੱਧਰ, ਵੀ ਇੱਧਰੋਂ ਮਿਲ ਜਾਵੇ ਉੱਧਰੋਂ ਮਿਲ ਜਾਏ। ਉਗੈ ਸੌੜ ਪਲੰਗ, ਅੱਗੇ ਪੜ੍ਹ। ਭੌਂਕੈ ਕੋਪ ਖੁਆਰ ਹੋਏ, ਜਿਹੜਾ ਇਸੇ ਤਰ੍ਹਾਂ ਜਿਹੜਾ ਕ੍ਰੋਧਵਾਨ ਪੁਰਸ਼ ਹੈ ਨਾ, ਉਹ ਬੜਾ ਭੌਂਕਦਾ ਅਤੇ ਖੱਜਲ ਖੁਆਰ ਹੁੰਦਾ ਹੈ। ਫੱਕੜ ਪਿੱਟੇ ਅੰਧ, ਅਤੇ ਫੱਕੜ ਪਿੱਟੈ ਅੰਧ, ਅਗਿਆਨੀ ਹੋਇਆ ਇਹ ਜੀਵ ਫਜ਼ੂਲ ਤਾਈਆਂ ਵਿੱਚ, ਖਰਾਬ ਤਾਈਆਂ ਵਿੱਚ ਪੈ ਕੇ ਬੜਾ ਪਿੱਟਦਾ ਹੈ। ਚੁੱਪੈ ਚੰਗਾ ਨਾਨਕਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਵੀ ਇਹੋ ਜਿਹੀਆਂ ਪ੍ਰੀਤਾਂ ਮਿੱਤਰਤਾਈਆਂ ਦੋਸਤੀਆਂ ਨਾਲੋਂ ਚੁੱਪ ਹੀ ਚੰਗੀ ਹੈ। ਚੁੱਪ ਹੀ ਚੰਗੀ ਇਹੋ ਜਿਹੇ ਕੰਮਾਂ ਨਾਲੋਂ, ਇਹੋ ਜਿਹੀਆਂ ਦੋਸਤੀਆਂ ਨਾਲੋਂ। ਜਾਂ ਚੁੱਪੈ ਚੰਗਾ ਨਾਨਕਾ, ਵੀ ਆ ਜਿਹੜਾ ਬਹੁਤ ਆ ਬੋਲਣ ਹੈ ਨਾ, ਨਿੰਦਿਆ ਕਰਨੀ, ਚੁਗਲੀ ਕਰਨੀ, ਵਖੀਲੀ ਕਰਨੀ, ਵਾਧੂ ਦੇ ਜੱਕੜ ਮਾਰਨੇ, ਇਹਦੇ ਨਾਲੋਂ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ੇਖ ਬ੍ਰਹਮ ਜੀ ਚੁੱਪ ਹੀ ਚੰਗੀ ਹੈ। ਬਿਨ ਨਾਵੈ ਮੋਹਿ ਗੰਧ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜਾ ਬੋਲਣਾ, ਬਹੁਤਾ ਬੋਲਣ ਝੱਖਣ ਹੋਏ, ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਬੋਲਣਾ ਨਾ, ਇਹ ਮੋਹਿ ਗੰਧ, ਇਹ ਤਾਂ ਨਿਰੀ ਗੰਧ ਹੀ ਸੁੱਟਣੀ ਹੈ। ਜਿਹੜੀ ਚੁਗਲੀ ਕਰਨੀ ਹੈ ਤੇ ਸਮਝ ਲਓ ਵਿਸ਼ਟਾ ਖਾ ਕੇ ਉਹ ਬਾਹਰ ਹੀ ਸੁੱਟਣ ਵਾਲੀ ਗੱਲ ਹੈ। ਜਾਂ ਵਿਸ਼ਿਆਂ ਦੀਆਂ ਗੱਲਾਂ ਕਰਨੀਆਂ, ਮੰਦੀਆਂ ਗੱਲਾਂ ਕਰਨੀਆਂ, ਮਾੜੀਆਂ ਗੱਲਾਂ ਕਰਨੀਆਂ, ਰੂਪ ਦੀਆਂ ਗੱਲਾਂ ਕਰਨੀਆਂ, ਕਾਮ ਦੀਆਂ ਗੱਲਾਂ ਕਰਨੀਆਂ, ਇਹ ਬਿਨ ਨਾਮ ਪਰਮੇਸ਼ਰ ਦੇ ਲਏ ਬਿਨਾਂ ਮੂੰਹ ਤੋਂ ਜਿਹੜਾ ਬੋਲਣਾ ਤੇ ਗੰਦ ਹੀ ਬਾਹਰ ਸੁੱਟਣੀ ਹੈ। ਚੁੱਪ ਹੀ ਚੰਗੀ ਹੈ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਹੋ ਜਿਹੇ ਬੋਲਣ ਵਾਲੇ ਤੋਂ ਚੰਗੇ ਵੀ ਚੁੱਪ। ਸਿਆਣੇ ਕਹਿੰਦੇ ਹੈ ਇੱਕ ਚੁੱਪ 100 ਸੁੱਖ। ਅਜੇ ਵੀ ਇੱਕ ਚੁੱਪ ਕੀਤੀ ਹੈ ਅਤੇ 100 ਸੁੱਖ ਮਿਲ ਜਾਂਦਾ ਹੈ। ਜਦੋਂ ਬੋਲਾਂਗੇ ਉਦੋਂ ਸਗੋਂ ਦੁੱਖ ਹੀ ਦੁੱਖ ਹੈ। ਇਸ ਕਰਕੇ ਵੀ ਕੀ ਕਿਸੇ ਨੂੰ ਲਾਮਾ ਦੇਣਾ ਵੀ ਤੂੰ ਆਹ ਕੀਤਾ ਮੇਰੇ ਨਾਲ। ਚੁੱਪ ਹੀ ਚੰਗੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨ ਜਿਹੜਾ ਸ਼ੇਖ ਬ੍ਰਹਮ ਜੀ ਬੋਲਣਾ ਮੂੰਹ ਨਾਲ, ਇਹ ਤਾਂ ਗੰਦ ਹੀ ਸੁੱਟਣ ਵਾਲੀ ਗੱਲ ਹੈ ਮੂੰਹ ਵਿੱਚੋਂ। ਦੋਹਰਾ ਰੂਪ ਕਾਮ ਲਬ ਮਾਲਕੀ, ਉਸੇ ਦਾ ਅਰਥ ਕਰ ਰਹੇ ਹੈ ਕਿ ਜੋ ਕਾਮੀ ਪੁਰਸ਼ ਦੀ ਰੂਪ ਨਾਲ ਪ੍ਰੀਤੀ ਹੁੰਦੀ ਹੈ, ਲੱਭੀ ਦੀ ਮਾਲ ਧਨ ਨਾਲ ਪ੍ਰੀਤੀ ਹੁੰਦੀ ਹੈ। ਰਤ ਜੋ ਨੀਂਦ ਪਲੰਗ, ਨੀਂਦ ਵਾਲੇ ਪੁਰਸ਼ ਦੀ ਪਲੰਗ ਨਾਲ ਰੀਤੀ ਪ੍ਰੀਤੀ ਹੁੰਦੀ ਹੈ। ਤਿਉ ਭਗਤਨ ਕੀ ਹੈ ਸਦਾ ਹਰ। ਇਹ ਸ਼ੇਖ ਬ੍ਰਹਮ ਜੀ ਜਿਵੇਂ ਇਹਨਾਂ ਲੋਕਾਂ ਦੀ ਦੋਸਤੀ ਹੈ ਨਾ, ਇਹਨਾਂ ਚੀਜ਼ਾਂ ਨਾਲ
ਤਿਵੇਂ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਭਗਤ ਹੈ ਨਾ, ਉਹਨਾਂ ਦੀ ਹਮੇਸ਼ਾ ਜਿਹੜੀ ਪ੍ਰੀਤੀ ਹੈ। ਚਰਚਾ ਕੇ ਸੰਗ ਹਰ ਚਰਚਾ ਕੇ ਸੰਗ, ਵਾਹਿਗੁਰੂ ਦੇ ਗਿਆਨ ਦੇ ਸੰਬੰਧ ਵਿੱਚ ਜਿਹੜੀ ਚਰਚਾ ਕਰਨੀ, ਉਹਦੇ ਨਾਲ ਭਗਤਾਂ ਦੀ ਪ੍ਰੀਤੀ ਹੁੰਦੀ ਹੈ। ਸੰਤਾਂ ਮਹਾਤਮਾ ਦਰਵੇਸ਼ਾਂ ਦੀ, ਗੁਰਮੁਖਾਂ ਦੀ, ਫਕੀਰਾਂ ਦੀ, ਦਾਸਾਂ ਦੀ, ਜਨਾਂ ਦੀ, ਤਪੀਸ਼ਰਾਂ ਦੀ, ਜੋਗੀਆਂ ਦੀ, ਜੰਗਮਾਂ ਦੀ, ਇਵੇਂ ਉਹਨਾਂ ਦੀ ਪ੍ਰੀਤੀ ਪਰਮੇਸ਼ਰ ਦੇ ਚਰਚਾ ਗਿਆਨ ਦੀ ਚਰਚਾ ਨਾਲ ਹੁੰਦੀ ਹੈ। ਤਾਂ ਹੀ ਭਗਤ ਮਹਾਰਾਜ ਕਹਿੰਦੇ, ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਕਿ ਜੇ ਸੰਤ ਮਹੰਤ ਮਹਾਤਮਾ ਮਿਲ ਜੇ ਆਪੋ ਵਿੱਚ ਗੁਰਮੁਖ ਪਿਆਰੇ, ਤੇ ਕਹਿੰਦੇ ਵੀ ਕੋਈ ਨਾ ਕੋਈ ਕਹਿਣਾ ਚਾਹੀਦਾ ਹੈ। ਕਿਛ ਮਿਲੀਏ ਸੰਤ ਮਿਲੈ ਕਿਛ ਮਿਲੀਏ ਕਹੀਏ। ਸੰਤ ਮਿਲਣ ਦੇ ਕੁਝ ਮਿਲ ਕੇ ਤੇ ਕੁਝ ਕਹਿਣਾ ਚਾਹੀਦਾ, ਇੱਧਰੋਂ ਉੱਧਰ ਹੀ ਪੁੱਛਣਾ ਗਿੱਛਣਾ ਚਾਹੀਦਾ, ਉਗਤੀਆਂ ਜੁਗਤੀਆਂ। ਹਾਂ ਜੇ ਅਸੰਤ ਮਿਲ ਜਾਏ, ਭਾਵ ਜਿਹੜਾ ਕੋਈ ਉਹੋ ਜਿਹਾ ਹੀ ਹੈ, ਉਹਦੇ ਨਾਲ ਤੇ ਬੋਲਣ ਚੰਗਾ ਚੁੱਪ ਹੀ ਰਹੀਏ ਤਾਂ ਭਲਾ ਹੈ, ਨਹੀਂ ਤਾਂ ਫਿਰ ਉਹੋ ਜਿਹਾ ਹੀ ਸੰਗਤ ਦਾ ਫਲ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਇੱਥੇ ਉਹੀ ਸਿਧਾਂਤ ਨਾਲ ਹੀ ਕਹਿ ਰਹੇ ਵੀ ਸ਼ੇਖ ਬ੍ਰਹਮ ਜੀ, ਸਾਡੀ ਤੇ ਤੁਹਾਡੇ ਨਾਲ ਐਸੀ ਪ੍ਰੀਤੀ ਹੈ ਜਿਵੇਂ ਉੱਪਰ ਦਸੀਆਂ ਹੋਈਆਂ ਪ੍ਰੀਤੀਆਂ ਇਹਨਾਂ ਲੋਕਾਂ ਦੀਆਂ, ਇਹਨਾਂ ਪੁਰਸ਼ਾਂ ਦੀਆਂ, ਇਹਨਾਂ ਚੀਜ਼ਾਂ ਨਾਲ ਹੈ। ਇਸੇ ਤਰ੍ਹਾਂ ਜਿਹੜੇ ਭਗਤ ਪਰਮੇਸ਼ਰ ਦੇ ਪਿਆਰੇ ਹੈ, ਉਹਨਾਂ ਦੀ ਵਾਹਿਗੁਰੂ ਦੇ ਨਾਮ ਦੀ ਜਿਹੜੀ ਗਿਆਨ ਦੇ ਸੰਬੰਧ ਵਿੱਚ ਚਰਚਾ ਕਰਨੀ, ਉਹਦੇ ਨਾਲ ਪ੍ਰੀਤੀ ਪ੍ਰੇਮ ਹੁੰਦਾ ਹੈ ਜੀ ਬ੍ਰਹਮ ਜੀ। ਚੌਪਈ ਤੁਮਰੇ ਬਚਨ ਮੋਹੇ ਮਨ ਭਾਵਹਿ, ਤੁਹਾਡੇ ਜਿਹੜੇ ਬਚਨ ਹੈ ਨਾ, ਉਹ ਸਾਡੇ ਮਨ ਨੂੰ ਭਾਉਂਦੇ ਚੰਗੇ ਲੱਗਦੇ ਆ ਸ਼ੇਖ ਬ੍ਰਹਮ ਜੀ ਪੀਰ। ਚਾਹੇ ਸੋ ਬੁਝਹੁ ਬਹੁਰ ਬਤਾਵਹਿ, ਜੇ ਤੁਹਾਡੀ ਹੋਰ ਚਾਹਨਾ ਇੱਛਾ ਨਾ ਪੁੱਛਣਾ ਚਾਹੁੰਦੇ ਤੇ ਪੁੱਛ ਲਓ, ਅਸੀਂ ਤੁਹਾਨੂੰ ਫੇਰ ਦੱਸਾਂਗੇ। ਸੁਨਿਓ ਸੇਖ ਬਹੁਰ ਹਰ ਗਾਥਾ, ਸੁਣ ਕੇ ਉਹ ਸ਼ੇਖ ਬ੍ਰਹਮ ਜਿਹੜੇ ਆ ਫਿਰ ਬੜੇ ਖੁਸ਼ ਹੋਏ ਤੇ ਪਰਮੇਸ਼ਰ ਦੀਆਂ ਜਿਹੜੀਆਂ ਕਥਾ ਕਹਾਣੀਆਂ ਹਨ, ਕਰਤ ਭਇਓ ਸ੍ਰੀ ਨਾਨਕ ਸਾਥਾ, ਗੁਰੂ ਨਾਨਕ ਸਾਹਿਬ ਜੀ ਨਾਲ ਫੇਰ ਕਰਨ ਲੱਗੇ ਸ਼ੇਖ ਬ੍ਰਹਮ ਜੀ। ਇਹ ਸਲੋਕ ਗ੍ਰੰਥ ਜੀ ਮਾਹੀ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹਨਾਂ ਦੇ ਵਿੱਚ ਜੋ ਸ਼ੇਖ ਬ੍ਰਹਮ ਜੀ ਨਾਲ ਹੋਰ ਬਚਨ ਵਿਲਾਸ ਹੋਏ ਤੇ ਸ਼ਲੋਕ ਸਤਿਗੁਰੂ ਜੀ ਨੇ ਉਚਾਰਨ ਕੀਤੇ ਹੈ, ਗਿਆਨ ਚਰਚਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹ ਸ਼ਲੋਕ ਹੋਰ ਸੁਭਾਏਮਾਨ ਹੈ, ਅੰਕਿਤ ਹੈ। ਕਥਾ ਬੜਨ ਤੇ ਬਰਨੇ ਨਾਹੀ, ਜੇ ਮੈਂ ਉਹ ਸਾਰੇ ਇੱਥੇ ਲਿਖਣ ਲੱਗ ਪਵਾਂ, ਸਾਰੀ ਗਿਆਨ ਚਰਚਾ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਬਚਨ ਵਿਲਾਸ ਕੀਤੇ, ਗਿਆਨ ਚਰਚਾ ਕੀਤੀ, ਸ਼ਲੋਕ ਉਚਾਰਨ ਕੀਤੇ ਹੈ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਥਾ ਵੱਧ ਜਾਏਗੀ, ਪ੍ਰਸੰਗ ਬਹੁਤ ਤਕੜਾ ਹੋ ਜਾਏਗਾ, ਜਿਸ ਕਰਕੇ ਕਥਾ ਵਧਣ ਦੇ ਡਰ ਤੋਂ ਉਹ ਅਸਾਂ ਨੇ ਇੱਥੇ ਕਥਨ ਨਹੀਂ ਕੀਤੇ, ਵਰਣਨ ਨਹੀਂ ਕੀਤੇ। ਆਸਾ ਵਾਰ ਕਸ਼ਕ ਤਹ ਕੀਨੀ, ਉੱਥੇ ਸਤਿਗੁਰੂ ਜੀ ਨੇ ਪਾਕ ਪਟਨ ਸ਼ਹਿਰ ਵਿੱਚ ਸ਼ੇਖ ਬ੍ਰਹਮ ਜੀ ਨਾਲ ਆਸਾ ਦੀ ਵਾਰ ਦੇ ਜਿਹੜੇ ਕੁਝ ਕੁ ਸ਼ਬਦ ਉਹ ਵੀ ਉੱਥੇ ਉਚਾਰਨ ਕੀਤੇ ਹੈ। ਸੰਪਰਦਾ ਦੇ ਵਿੱਚ ਜਿਵੇਂ ਉਹ ਦੱਸਿਆ ਜਾਂਦਾ, ਉਹਨਾਂ ਦੇ ਉਥਾਨਕਾਵਾਂ ਵੀ ਲਿਖੀਆਂ ਹੋਈਆਂ ਟੀਕਿਆਂ ਵਿੱਚ, ਜੋ ਆਸਾ ਦੀ ਵਾਰ ਦੇ ਪਹਿਲੇ ਸ਼ਬਦ ਤੋਂ ਲੈ ਕੇ ਤੇ 9 ਪੌੜੀਆਂ ਤੱਕ, ਪੌੜੀਆਂ ਸਮੇਤ ਜਿਹੜੇ ਸ਼ਲੋਕ ਹੈ, ਉਹ ਜਿਹੜੇ ਸਾਰੇ ਸ਼ਲੋਕ ਹੈ ਪੌੜੀਆਂ ਸਮੇਤ। ਇਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਹੋਰ ਵੀ ਕਈ ਰਾਗਾਂ ਵਿੱਚ, ਵਾਰਾਂ ਵਿੱਚ ਆ ਜਾਂਦੇ ਸ਼ਲੋਕ, ਤੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਹੈ। ਤੇ ਇੱਥੇ ਸਪਸ਼ਟ ਹੀ ਆ ਹੀ ਗਿਆ ਹੈ ਕਵੀ ਜੀ ਵੱਲੋਂ ਵੀ ਕਿ ਕੁਝ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਲੋਕ ਹੈਗੇ ਆ ਮਹਾਰਾਜ ਜੀ ਦੇ, ਜੋ ਸ਼ੇਖ ਬ੍ਰਹਮ ਜੀ ਨਾਲ ਚਰਚਾ ਵਿੱਚ ਉਚਾਰਨ ਕੀਤੇ, ਤੇ ਕੁਝ ਕੁ ਜਿਹੜੇ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਜਿਹੜੇ ਗਿਆਨ ਚਰਚਾ ਵਿੱਚ ਉਚਾਰਨ ਕੀਤੇ, ਉਹ ਵੀ ਵਿੱਚ ਆਸਾ ਦੀ ਵਾਰ ਵਿੱਚ ਆ ਜਾਂਦੇ। ਉਹ ਪਹਿਲੇ ਜਿਹੜੇ 9 ਪੌੜੀਆਂ ਦੇ ਸਮੇਤ ਸ਼ਲੋਕ ਆਉਂਦੇ, ਉਹ ਸ਼ੇਖ ਬ੍ਰਹਮ ਜੀ ਨਾਲ ਕਿਹਾ ਗਿਆ ਹੈ। ਇੱਥੇ ਕਵੀ ਜੀ ਨੇ ਭਾਵੇਂ ਵਿਸਥਾਰ ਨਾਲ ਨਹੀਂ ਲਿਖਿਆ, ਉਹਨਾਂ ਦੱਸ ਹੀ ਦਿੱਤਾ ਵੀ ਕਥਾ ਨਾ ਵੱਧ ਜਾਏ, ਇਸ ਕਰਕੇ ਨਹੀਂ ਵਰਣਨ ਕੀਤੇ। ਬਾਕੀ ਇਸ਼ਾਰੇ ਵਿੱਚ ਸਭ ਦੱਸ ਦਿੱਤਾ ਵੀ ਆਸਾ ਦੀ ਵਾਰ ਵਿੱਚ ਵੀ ਹਨ। ਅਤ ਉੱਤਮ ਪਦਵੀ ਤਿਹ ਦੀਨੀ, ਗੁਰੂ ਸਾਹਿਬ ਜੀ ਨੇ ਗਿਆਨਮਈ ਉਪਦੇਸ਼ ਦੇ ਕੇ, ਸ਼ੁਭ ਸਿੱਖਿਆ ਦੇ ਕੇ, ਸ਼ੁਭ ਉਪਦੇਸ਼ ਦੇ ਕੇ
ਜੋ ਸ਼ੇਖ ਬ੍ਰਹਮ ਪੀਰ ਜੀ ਹੈ ਬਾਬਾ ਫਰੀਦ ਜੀ ਦੇ ਚੇਲੇ ਪੋਤੇ, ਤੇ ਉਹਨਾਂ ਨੂੰ ਉੱਤਮ ਪਦਵੀ ਜਿਹੜੀ ਬਖਸ਼ ਦਿੱਤੀ ਹੈ, ਅਤ ਦੀ ਪਰਮ ਪਦਵੀ ਕੇਵਲ ਮੁਕਤੀ ਦੀ ਪਦਵੀ ਬਖਸ਼ ਦਿੱਤੀ ਹੈ, ਜਿਹੜਾ ਮਹਾਨ ਮਰਾਤਬਾ ਬਖਸ਼ ਦਿੱਤਾ ਹੈ। ਭਇਓ ਮਰੀਦ ਸੇਖ, ਭਇਓ ਮਰੀਦ ਸੇਖ ਤਬ ਗੁਰ ਕੋ। ਕਦੋਂ ਸ਼ੇਖ ਬ੍ਰਹਮ ਸਤਿਗੁਰ ਜੀ ਦਾ ਮਰੀਦ ਹੋ ਗਿਆ, ਸਿੱਖ ਸੇਵਕ ਹੋ ਗਿਆ। ਬੰਦੇ ਚਰਨ ਪ੍ਰੇਮ ਕਰ ਔਰ ਕੋ। ਆਪਣੇ ਡੇਰੇ ਦਾ ਬਹੁਤਾ ਪ੍ਰੇਮ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਹਨ। ਕਿਤਕ ਦਿਵਸ ਤਿਨ ਰਾਖਿਓ ਡੇਰਾ। ਕਿਤਨੇ ਕੁ ਦਿਨ ਸਤਿਗੁਰੂ ਜੀ ਨੇ ਇੱਥੇ ਪਾਕ ਪਟਨ ਸ਼ੇਖ ਬ੍ਰਹਮ ਜੀ ਪਾਸ ਹੀ ਡੇਰਾ ਟਿਕਾਣਾ ਕਰੀ ਰੱਖਿਆ। ਨਿਤ ਪ੍ਰਤ ਕਰਹੀ ਪਾਉ ਕਨੇਰਾ। ਸ਼ੇਖ ਬ੍ਰਹਮ ਜੀ ਸਤਿਗੁਰੂ ਜੀ ਦਾ ਤੇ ਬਹੁਤਾ ਪ੍ਰੇਮ ਪਿਆਰ ਕਰਦਾ ਮਹਾਰਾਜ ਜੀ ਨਾਲ। ਬਹਰੋ ਵਿਦਾ ਹੋਏ ਬਰਿਆਈ। ਫਿਰ ਮਹਾਰਾਜ ਜੀ ਨੇ ਚੱਲਣ ਦੀ ਇੱਛਾ ਕੀਤੀ ਵੀ ਅਸੀਂ ਜਾਣਾ ਹੈ, ਤੇ ਇਹ ਪੀਰ ਸ਼ੇਖ ਬ੍ਰਹਮ ਜੀ ਸਤਿਗੁਰੂ ਜੀ ਨੂੰ ਜਾਣ ਨਹੀਂ ਦਿੰਦੇ। ਕਹਿੰਦੇ ਮਹਾਰਾਜ ਇੱਥੇ ਰਹੋ, ਕਿੱਥੇ ਜਾਣਾ, ਅਸੀਂ ਸਾਰੀ ਸੇਵਾ ਕਰਾਂਗੇ, ਤੁਸੀਂ ਸਾਡੇ ਵੱਡੇ ਪੀਰ ਹੋ, ਗੁਰੂ ਹੋ, ਅਸੀਂ ਤੁਹਾਡੇ ਸਿੱਖ ਸੇਵਕ ਹਾਂ, ਕੋਈ ਕਮੀ ਨਹੀਂ ਆਉਣ ਦਿੰਦੇ। ਗੁਰੂ ਸਾਹਿਬ ਕਹਿੰਦੇ ਜਾਣਾ ਹੈ, ਕਹਿੰਦੇ ਨਹੀਂ ਜਾਣਾ ਹੈ। ਐਵੇਂ ਮਹਾਰਾਜ ਫਿਰ ਮੱਲੋ ਮੱਲੀ ਜੋਰੋ ਜੋਰੀ ਇੱਥੋਂ ਪਾਕ ਪਟਣ ਤੋਂ ਵਿਦਾ ਹੋਈ ਗਏ। ਕੀਨ ਪਿਆਨ ਸ੍ਰੀ ਜਗ ਸਾਈ। ਜਗਤ ਦੇ ਜੋ ਸਾਈਂ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਅਬ ਜੋ ਹੋਵਹਿ ਕਥਾ ਅਗਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਜੋ ਅੱਗੇ ਕਥਾ ਸਤਿਗੁਰੂ ਜੀ ਦੀ ਹੋਵੇਗੀ, ਆਵੇਗੀ, ਭਾਖੋਂ ਅਗਲੇ ਧਿਆਉ ਮਝਾਰੀ। ਇੱਥੇ ਪ੍ਰਸੰਗ ਪੂਰਾ ਹੋ ਗਿਆ। ਕਹਿੰਦੇ ਵੀ ਅਗਲੇ ਧਿਆਏ, ਅਗਲੇ ਪ੍ਰਸੰਗ ਵਿੱਚ ਮੈਂ ਕਹਾਂਗਾ ਜਿਵੇਂ ਸਤਿਗੁਰੂ ਮਹਾਰਾਜ ਜੀ ਬਗਦਾਦ ਦੇ ਸ਼ਹਿਰ ਵਿੱਚ ਗਏ, ਉੱਥੇ ਦਸਤਗੀਰ ਪੀਰ ਦਾ ਉਧਾਰ ਕੀਤਾ। ਉੱਥੇ ਜਿਵੇਂ ਮਹਾਰਾਜ ਨੇ ਕੌਤਕ ਉਚਾਰਨ ਕੀਤਾ ਸੀ, ਅਤੇ ਜਿਵੇਂ ਭਾਈ ਗੁਰਦਾਸ ਜੀ ਲਿਖਦੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਵਾਜ਼ ਕਰ। ਇਵੇਂ ਨਵਾਜ਼ ਕਰਕੇ ਉੱਥੇ ਬਾਂਗ ਦਿੱਤੀ ਹੈ, ਅਤੇ ਸਾਰਾ ਸ਼ਹਿਰ ਜਿਹੜਾ ਉੱਥੇ ਸੁੰਨ ਮੁੰਨ ਨਗਰੀ ਭਈ, ਭਇਆ ਪੀਰ ਹੋਇਆ ਪੀਰ ਹੋਇਆ ਹੈਰਾਨਾ। ਸਾਰੇ ਜਿਹੜੇ ਇੱਥੇ ਪੀਰ ਵੀ ਹੈਰਾਨ ਹੋ ਗਏ ਸਨ। ਸਾਰੀ ਨਗਰੀ ਸੁੰਨ ਮਸੁੰਨ ਹੋ ਗਈ ਸੀ। ਬਗਦਾਦ ਵਿੱਚ ਜਾ ਕੇ ਜਿਵੇਂ ਮਹਾਰਾਜ ਨੇ ਕੌਤਕ ਕੀਤਾ, ਉਹ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਆਵੇਗਾ, ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ। ਸੇਖ ਬ੍ਰਹਮ ਕੋ ਪ੍ਰਸੰਗ ਵਰਣਨ ਨਾਮ 23ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 33 ਅਧਿਆਏ ਉਹ ਸਮਾਪਤ ਹੋ ਗਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਬਹਰੋ ਵਿਦਾ ਹੋਏ ਬਰਿਆਈ। ਕੀਨ ਪਿਆਨ ਸ੍ਰੀ ਜਗ ਸਾਈ। ਅਬ ਜੋ ਹੋਵਹਿ ਕਥਾ ਅਗਾਰੀ। ਭਾਖੋਂ ਅਗਲੇ ਧਿਆਉ ਮਝਾਰੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ। ਸੇਖ ਬ੍ਰਹਮ ਕੋ ਪ੍ਰਸੰਗ ਵਰਣਨ ਨਾਮ 23ਵਾਂ ਅਧਿਆਏ। 33 ਪਹਿਲਾਂ ਵੀ 23 ਪੜ੍ਹਿਆ, 33 ਪੜ੍ਹ। ਵਰਣਨ ਨਾਮ 33ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।